ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੇਸ਼ ਮਹਿਰਾ। ਅੱਜ ਗੱਲ ਕਰਾਂਗੇ ਪੰਜਾਬ ਦੇ ਇੱਕ ਦਿਨ ਦੇ ਹੋਣ ਵਾਲੇ ਇਜਲਾਸ ਬਾਰੇ। ਇਹ ਮੌਨਸੂਨ ਸੈਸ਼ਨ ਇੱਕ ਦਿਨ ਦਾ ਹੋਣ ਜਾ ਰਿਹਾ। ਵਿਰੋਧੀ ਪਾਰਟੀਆਂ ਨੇ ਹੁਣ ਕਾਂਗਰਸ ਨੂੰ ਨਿਸ਼ਾਨੇ ਤੇ ਲੈ ਲਿਆ ਭਈ ਇੱਕ ਦਿਨ ਦਾ ਇਜਲਾਸ ਕਰਕੇ ਕੀ ਤੁਸੀਂ ਆਪਣੇ ਕੀਤੇ ਹੋਏ ਕੰਮਾਂ ਤੇ ਪਰਦਾ ਪਾਉਣਾ ਚਾਹੁੰਦੇ ਹੋ? ਕੀ ਕਾਂਗਰਸ ਸਰਕਾਰ ਲੋਕਡਾਊਨ ਅੰਦਰ ਅਤੇ ਹੁਣ ਤੱਕ ਜਿਹੜੀ ਵੀ ਸ਼ਰਾਬ ਦੇ ਘੁਟਾਲੇ ਹੋਏ ਆ ਉਹਨਾਂ ਤੇ ਚਰਚਾ ਤੋਂ ਬਚਣਾ ਚਾਹੁੰਦੇ ਆ? ਕੀ ਪਿਛਲੇ ਦਿਨੀ ਜ਼ਹਿਰੀਲੀ ਸ਼ਰਾਬ ਨਾਲ 120 ਮੌਤਾਂ ਹੋਈਆਂ ਕਿ ਉਹਨਾਂ ਤੇ ਜਿਹੜੇ ਸੌਦਾਗਰ ਨੇ ਮੌਤ ਦੇ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ? ਜਾਂ ਫਿਰ ਹੁਣੇ ਬੀਤੇ ਦਿਨੀ GST ਘੁਟਾਲਾ ਵੀ ਹੋਇਆ ਕਿ ਉਹਨਾਂ ਤੋਂ ਵੀ ਬਚਣਾ ਚਾਹੁੰਦੇ ਆ? ਇੱਕ ਦਿਨ ਦਾ ਜਿਹੜਾ ਸੈਸ਼ਨ ਹੈ, ਵਿਰੋਧੀ ਕਹਿੰਦੇ ਵੀ ਸਾਰੇ ਜਿਹੜੇ ਚਰਚਾ ਹੋਣ ਵਾਲੀਆਂ ਗੱਲਾਂ ਇਹ ਲੱਗਦਾ ਵੀ ਕੈਪਟਨ ਸਰਕਾਰ ਚਾਹੁੰਦੀ ਹੈ ਵੀ ਇਸ ਸੈਸ਼ਨ 'ਚ ਨਾ ਹੋਣ। ਹਜੇ ਵਕਤ ਮਿਲ ਜਾਏ ਤਾਂ ਕਿ ਕਿਤੇ ਨਾ ਕਿਤੇ ਕੋਈ ਫੜੋ-ਫੜੀ ਹੋ ਜਾਏ ਤੇ ਮੈਂ ਸ਼ਾਇਦ ਇਹ ਜਿਹੜੇ ਬਹੁਤ ਸਾਰੇ ਘੁਟਾਲੇ ਨੇ ਉਹਨਾਂ ਤੋਂ ਬਚ ਸਕਾਂ। ਮੈਂ ਯਾਦ ਕਰਾ ਦੇਵਾਂ, ਪਿਛਲਾ ਜਦੋਂ ਬਜਟ ਸੈਸ਼ਨ ਹੋਇਆ ਸੀ ਉਦੋਂ ਵਿਰੋਧੀਆਂ ਨੇ ਨਵੇਂ ਰੰਗ ਦਿਖਾਏ ਸੀ। ਕਿਸੇ ਨੇ ਬਾਹਰ ਵਿਧਾਨ ਸਭਾ ਦੇ ਰੇਤ ਦੀ ਦੁਕਾਨ ਲਾ ਲਈ ਸੀ ਤਾਂ ਕਿਸੇ ਨੇ ਬਿਜਲੀ ਦਾ ਮੁੱਦਾ ਚੱਕ ਕੇ ਗਲੇ ਦੇ ਵਿੱਚ ਬਲਵਾਂ ਦਾ ਹਾਰ ਪਾ ਲਿਆ ਸੀ, ਕਹਿੰਦੇ ਅਸੀਂ ਸਰਕਾਰ ਨੂੰ ਰੋਸ਼ਨੀ ਦਿਖਾਣੀ ਹੈ। ਹੁਣ ਦੇਖਦੇ ਹਾਂ ਭਈ ਐਸ ਇੱਕ ਦਿਨ ਦੇ ਬਜਟ ਸੈਸ਼ਨ ਦੇ ਵਿੱਚ ਵਿਰੋਧੀ ਕੀ ਗੁਲ ਖਿਲਾਉਂਦੇ ਆ ਤੇ ਸਰਕਾਰ ਕੀ ਇਸ ਇੱਕ ਦਿਨ 'ਚ ਕੰਮ ਕਰੇਗੀ। ਇੱਥੇ ਸਭ ਤੇ ਚਰਚਾ ਕਰਾਂਗੇ। ਮੈਂ ਹੁਣ ਰੂਬਰੂ ਕਰਾ ਦਿੰਦਾ ਪੈਨਲ ਦੇ ਵਿੱਚ। ਸਭ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਲੀਡਰ ਨੇ ਪਰਮਿੰਦਰ ਮਹਿਤਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਨਮਸਕਾਰ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਜੇ ਮੌਰੀਆ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਜਨੀਸ਼ ਧੀਮਾਨ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਧੀਮਾਨ ਸਾਹਿਬ, ਕੀ ਤੁਸੀਂ ਮੰਗ ਕੀਤੀ ਆ ਵੀ ਇੱਕ ਦਿਨ ਦਾ ਸੈਸ਼ਨ ਨਹੀਂ ਹੋਣਾ ਚਾਹੀਦਾ ਔਰ ਵਿਰੋਧ ਵੀ ਕੀਤਾ ਵੀ ਘੱਟੋ ਘੱਟ 15 ਦਿਨ ਦਾ ਹੋਣਾ ਚਾਹੀਦਾ? ਕੀ ਖਾਸ ਵਜ੍ਹਾ? ਤੁਹਾਨੂੰ ਪਤਾ ਕਿ ਕਾਂਗਰਸ ਅੱਗੇ ਹੀ ਕਹਿ ਰਹੀ ਹੈ ਵੀ ਸਾਡੇ ਕੋਲ ਖਜ਼ਾਨਾ ਖਾਲੀ ਹੈ, ਜੇ ਜ਼ਿਆਦਾ ਦਿਨ ਦਾ ਕਰਾਂਗੇ ਤੇ ਬਹੁਤ ਬੋਝ ਪੈਣਾ। ਕੀ ਕਹਿਣਾ ਚਾਹੋਗੇ? ਦੇਖੋ ਮੇਰਾ ਸਾਹਿਬ, ਇਸ ਵੇਲੇ ਜੋ ਪੰਜਾਬ ਦੀ ਹਾਲਾਤ ਨੇ ਜੀ, ਪਿਛਲੇ 6 ਮਹੀਨੇ ਤੋਂ ਪੰਜਾਬ ਦੀ ਜਨਤਾ ਔਰ ਇਸ ਮਹਾਮਾਰੀ ਨੂੰ ਭੋਗ ਰਹੀ ਹੈ। ਉਹਦੇ ਨਾਲ ਸਰਕਾਰ ਦੇ ਮਿਸ਼ਨ ਫਤਿਹ ਨੂੰ, ਜਿਹੜਾ ਮਿਸ਼ਨ ਫੇਲੀਅਰ ਸਾਬਤ ਹੋ ਰਿਹਾ, ਉਹਦੀ ਭਾਗੀਦਾਰੀ ਜਨਤਾ ਦੇ ਉੱਤੇ ਪੈ ਰਹੀ ਹੈ, ਜਨਤਾ ਨੂੰ ਭੋਗ ਰਹੀ ਹੈ। ਪਿਛਲੇ 6 ਮਹੀਨਿਆਂ 'ਚ ਜੋ ਕੁਝ ਹੋਇਆ ਜੀ, ਚਾਹੇ ਹਸਪਤਾਲਾਂ ਦੇ ਹਾਲਾਤ ਲੈ ਲਓ ਜੀ, ਚਾਹੇ ਸ਼ਰਾਬ ਮਾਫੀਆ ਦੀ ਗੱਲ ਲੈ ਲਓ, ਚਾਹੇ ਸ਼ਰਾਬ ਨਾਲ ਮਰਨ ਵਾਲੇ ਲੋਕਾਂ ਦੀ ਗੱਲ ਕਰ ਲਓ, ਹਰ ਪਾਸੇ ਸਰਕਾਰ ਦਾ ਫੇਲੀਅਰ ਸਾਬਤ ਹੋ ਰਿਹਾ। ਔਰ ਰਹਿੰਦਾ ਸਰਕਾਰ ਨੇ ਲੱਕ ਤੋੜਤਾ ਪੰਜਾਬ ਦੀ ਜਨਤਾ ਦਾ ਜਦੋਂ ਫਿਰ ਦੁਬਾਰਾ ਤੋਂ 2 ਦਿਨ ਦਾ ਇੱਕ ਲੋਕਡਾਊਨ ਇਸ ਢੰਗ ਦੇ ਨਾਲ ਲਗਾਇਆ ਕਿ ਜਨਤਾ ਬਾਕੀ 5 ਦਿਨ ਵੀ ਆਮ ਛੋਟਾ ਵਪਾਰੀ ਵਪਾਰ ਨਹੀਂ ਕਰ ਪਾ ਰਿਹਾ। ਇਹਨਾਂ ਸਾਰੀਆਂ ਗੱਲਾਂ ਦੀ ਜਿਹੜੀ ਜਵਾਬਦੇਹੀ ਆ, ਔਰ ਸਭ ਤੋਂ ਵੱਡੀ ਜਿਹੜੀ ਜਵਾਬਦੇਹੀ ਆ ਕਿ ਮੈਡੀਕਲ ਸੁਵਿਧਾਵਾਂ ਦੇ ਨਾਮ ਤੇ ਜੋ ਹਸਪਤਾਲਾਂ ਦੇ ਵਿੱਚ ਹੋ ਰਿਹਾ, ਅੱਜ ਹਰ ਬੰਦਾ ਆਵਾਜ਼ ਉਠਾ ਰਿਹਾ, ਹਰ ਬੰਦੇ ਦੇ ਅੰਦਰ ਇੱਕ ਇਹ ਗੱਲ ਜਾਗ ਰਹੀ ਆ ਕਿ ਹੋ ਕੀ ਰਿਹਾ ਹਸਪਤਾਲਾਂ 'ਚ, ਲੋਕਾਂ ਦੇ ਏਡੇ ਬਿੱਲ ਬਣ ਰਹੇ ਨੇ ਔਰ ਉਹਦਾ ਕੋਈ ਜਵਾਬਦੇਹੀ ਸਰਕਾਰ ਵੱਲੋਂ ਤੈਅ ਨਹੀਂ ਹੋ ਰਹੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਵੀ ਸਰਕਾਰ ਦੇ ਫੇਲੀਅਰ ਦੀ। ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਮੀਡੀਆ ਮੈਡੀਕਲ ਸਲਾਹਕਾਰ ਕਮੇਟੀ ਆ, ਉਹਦੇ ਪ੍ਰਮੁੱਖ ਦੇ ਵਿੱਚੋਂ ਇੱਕ ਡਾਕਟਰ ਰਾਜ ਬਹਾਦਰ, ਉਹਨਾਂ ਦੀਆਂ ਤੁਸੀਂ ਕੁਝ ਮੀਟਿੰਗਾਂ ਦੇਖੀਆਂ ਹੋਣੀਆਂ 15 ਅਗਸਤ ਤੋਂ ਲੈ ਕੇ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਔਰ ਬਾਅਦ ਦੇ ਵਿੱਚ ਵੀ ਉਹਨਾਂ ਨੇ ਬਿਨਾਂ ਮਾਸਕ ਤੋਂ ਅਫਸਰਾਂ ਨਾਲ ਮੀਟਿੰਗਾਂ ਸਾਰੀਆਂ ਕੀਤੀਆਂ ਔਰ ਰਿਜ਼ਲਟ ਕੀ ਹੋਇਆ? 3 ਦਿਨ ਬਾਅਦ ਉਹ ਸਾਰਾ ਸਟਾਫ ਪੋਜ਼ਿਟਿਵ ਆ ਗਿਆ।
ਇਹ ਜਨਤਾ ਨੂੰ ਕੀ ਦਿਸ਼ਾ ਦੇਣਗੇ, ਇਹ ਮਿਸ਼ਨ ਫਤਿਹ ਕਦੋਂ ਕਾਮਯਾਬ ਕਰਨਗੇ। ਅੱਜ ਜਨਤਾ ਇਹਨਾਂ ਚੀਜ਼ਾਂ ਦੇ ਜਵਾਬ ਜਾਣਨਾ ਚਾਹੁੰਦੀ ਹੈ। ਚਲੋ ਮੈਂ ਪੁੱਛ ਤਾਂ ਲੈਣਾ, ਉਹ ਅਗਰ ਜਵਾਬ ਉਹਨਾਂ ਨੂੰ ਕਿੱਥੋਂ ਮਿਲਣੇ ਨੇ, ਚਲੋ ਮੈਂ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਆਫਟਰ ਸੈਸ਼ਨ ਦੇ ਵਿੱਚ ਇਹ ਆਵਾਜ਼ ਚੱਕਣਗੇ, ਉੱਥੋਂ ਜਵਾਬ ਲੈਣ ਦੀ ਕੋਸ਼ਿਸ਼ ਕਰਨਗੇ। ਸਰਕਾਰ ਕੋਲ ਅਗਰ ਕੁਝ ਹੈ ਤਾਂ ਉਹਦਾ ਪੱਖ ਰੱਖ ਸਕਦੀ ਆ, ਸਰਕਾਰ ਦੱਸ ਸਕਦੀ ਹੈ ਵੀ ਮੈਂ ਕੀ ਕੀਤਾ, ਪਰ ਸਰਕਾਰ ਕੋਲ ਸਾਨੂੰ ਨਜ਼ਰ ਆਉਂਦਾ ਵੀ ਕੁਝ ਹੈ ਹੀ ਨਹੀਂ ਕਰਨ ਨੂੰ, ਉਹਨਾਂ ਨੇ ਕੀਤਾ ਨਹੀਂ। ਚਲੋ ਮੈਂ ਪੁੱਛ ਲੈਣਾ ਆਨਾ ਤੋੜ ਕੇ ਦੁਬਾਰਾ ਆਨਾ। ਹਾਂਜੀ ਮਹਿਤਾ ਸਾਹਿਬ, ਕੀ ਵਾਕਈ ਇੱਕ ਦਿਨ ਦੇ ਵਿੱਚ ਤੁਸੀਂ ਸਾਰੇ ਪੰਜਾਬ 'ਚ ਜੋ ਹੋਇਆ, ਕਿਉਂਕਿ ਮੌਨਸੂਨ ਸੈਸ਼ਨ ਇਹ ਸਿਰਫ ਤੁਹਾਨੂੰ ਸਿਰਫ ਜਿਹਨੂੰ ਕਹਿ ਸਕਦੇ ਹਾਂ ਸੰਵਿਧਾਨਿਕ ਜਿਹੜੀ ਇੱਕ ਬਹੁਤ ਜ਼ਰੂਰੀ ਸੀਗਾ ਉਹਨੂੰ ਖਾਨਾ ਪੂਰੀ ਕੀਤੀ ਆ ਇੱਕ ਦਿਨ ਦੇ ਸੈਸ਼ਨ ਲਈ? ਬਿਲਕੁਲ ਹਾਂਜੀ, ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਸਪਸ਼ਟ ਕੀਤੀ ਹੈ ਜੀ, ਇੱਕ ਸੰਵਿਧਾਨਿਕ ਪੂਰਤੀ ਹੈ। ਔਰ ਅੱਜ ਤੁਹਾਨੂੰ ਸਾਹਿਬ ਨੇ ਆਪਣੇ ਸ਼ਬਦਾਂ 'ਚ ਖੁਦ ਇੱਕ ਗੱਲ ਨੂੰ ਕਬੂਲ ਕਰ ਲਿਆ ਕਿ ਚਾਹੇ ਉਹਨੂੰ ਵਿਪਕਸ਼ ਸਾਡਾ ਫੇਲਿਅਰ ਕਵੇ, ਚਾਹੇ ਵੱਧ ਰਹੇ ਕਰੋਨਾ ਦੇ ਜਿਹੜੇ ਕੇਸਿਸ ਨੇ ਪੰਜਾਬ ਦੇ ਵਿੱਚ ਉਹਦਾ ਜ਼ਿਕਰ ਕਰੇ। ਅੱਜ ਜੇ ਦੇਖਿਆ ਜਾਵੇ 3 ਦਰਜਨ ਦੇ ਕਰੀਬ ਸਾਡੇ ਵਿਧਾਇਕ, 4 ਤੋਂ ਜ਼ਿਆਦਾ ਸਾਡੇ ਮੰਤਰੀ ਜਿਹੜੇ ਪੋਜ਼ਿਟਿਵ ਆ ਚੁੱਕੇ ਨੇ। ਅਧਿਕਾਰੀ ਹੋਰ ਆਮ ਜਨਤਾ ਦਾ ਜੋ ਅੰਕੜਾ ਤੁਹਾਡੇ ਸਾਹਮਣੇ ਹੈ। ਅੱਜ ਦੇਖਣ ਵਾਲੀ ਗੱਲ ਸਭ ਨਾਲੋਂ ਵੱਡੀ ਇਹ ਹੈ, ਸਾਡੀ ਤਾਂ ਇਹ ਰਾਏ ਸੀ ਦੇਖਣ ਦੇ ਵਿੱਚ, ਜੇ ਕਹੋ ਮੇਰੀ ਨਿੱਜੀ, ਕਿ ਇਹ ਵੀਡੀਓ ਕਾਨਫਰੰਸ ਦੇ ਵਿੱਚ ਹੋਣਾ ਚਾਹੀਦਾ ਸੀ ਸੈਸ਼ਨ। ਬਿਲਕੁਲ ਵੀ ਸੈਸ਼ਨ ਓਪਨ ਨਹੀਂ ਹੋਣਾ ਚਾਹੀਦਾ ਜੋ ਹਾਲਾਤ ਬਣ ਗਏ ਨੇ। ਅੱਜ ਪੰਜਾਬ ਦੇ ਵਿੱਚ ਜੇ ਦੁਆਰਤੀ ਲੋਕਡਾਊਨ ਦੀ ਗੱਲ ਆਈ ਹੈ, ਹੋਰ ਸੂਬਿਆਂ ਨਾਲੋਂ ਪੰਜਾਬ ਬਿਹਤਰ ਚੱਲ ਰਿਹਾ ਸੀ, ਜਿਹਨੂੰ ਕੇਂਦਰ ਨੇ, ਪ੍ਰਧਾਨ ਮੰਤਰੀ ਸਾਹਿਬ ਨੇ ਵੀ ਆਪਣਾ ਸਰਟੀਫਿਕੇਟ ਦਿੱਤਾ ਸੀ, ਪੰਜਾਬ ਮਾਡਲ। ਅੱਜ ਉਹ ਹਾਲਾਤ ਵਿਗੜ ਰਹੇ ਸੀ। ਉਸ ਹਾਲਾਤ ਨੂੰ ਲੈ ਕੇ ਜੇ ਅਸੀਂ ਰਾਜਨੀਤੀ ਕਰੀਏ ਜਿੱਦਾਂ ਵਿਪਕਸ਼ ਕਰ ਰਿਹਾ ਹੈ, ਪਿਛਲੇ ਦਿਨੀ ਤੁਸੀਂ ਦੇਖਿਆ ਹੈ ਕਿ ਸਟੇਟ ਦੀ ਬੀਜੇਪੀ ਸੀ, ਚਾਹੇ ਅਕਾਲੀ ਦਲ ਸੀ, ਚਾਹੇ ਆਮ ਪਾਰਟੀ ਸੀ, ਇਹ ਸਾਰੇ ਵਿਪਕਸ਼ ਨੇ ਇਹ ਗੱਲ ਕਿਹਾ ਸੀ ਕਿ 1 ਮਹੀਨੇ ਲਈ ਸਾਡਾ ਲੋਕਡਾਊਨ ਹੈ, ਅਸੀਂ ਕੋਈ ਸਾਰਵਜਨਿਕ ਮੀਟਿੰਗ ਨਹੀਂ ਕਰਾਂਗੇ, ਅਸੀਂ ਕੋਈ ਬੈਠਕ ਨਹੀਂ ਕਰਾਂਗੇ, ਕੁਝ ਨਹੀਂ ਕਰਾਂਗੇ। ਪਰ ਇਹ ਤਿੰਨਾਂ ਪਾਰਟੀਆਂ ਨੇ ਰੱਜ ਕੇ ਰਾਜਨੀਤੀ ਕੀਤੀ। ਕਿਵੇਂ? ਨਾ ਧਰਨੇ ਨਹੀਂ ਦਿੱਤੇ, ਪ੍ਰਦਰਸ਼ਨ ਨਹੀਂ ਕੀਤੇ, ਇਹਨਾਂ ਨੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੀ ਖੁੱਲ੍ਹ ਕੇ ਜਿਹੜੀਆਂ ਨਿਯਮ ਕਾਨੂੰਨ ਸੀਗੇ ਕਰੋਨਾ ਤੋਂ ਬਚਣ ਦੇ, ਉਹਦੀਆਂ ਧੱਜੀਆਂ ਉਡਾਈਆਂ। ਉਹਨਾਂ ਦੇ ਉੱਤੇ ਮੀਡੀਆ ਨੇ ਵੀ ਪ੍ਰਕਾਸ਼ ਪਾਇਆ। ਔਰ ਇੱਥੇ ਤਾਂ ਵੀ ਹੋ ਗਿਆ ਕਿ ਕਾਂਗਰਸ ਨੇ ਹਜ਼ਾਰਾਂ ਪਰਚੇ ਵੀ ਕਰਤੇ। ਨਹੀਂ, ਕਾਂਗਰਸ ਨੇ ਨਹੀਂ ਕੀਤੇ, ਸਰਕਾਰ ਨੇ ਕੀਤੇ, ਕਿਉਂਕਿ ਇਹ ਇਕੱਲੇ ਕਾਂਗਰਸ ਦੀ ਸਰਕਾਰ ਹੀ ਹੈ। ਨਹੀਂ, ਇਹ ਕੇਂਦਰ ਦੇ ਕਾਨੂੰਨ ਬਣਾਏ ਹੋਏ ਆ। ਇਹ ਨਾ ਭੁੱਲੋ ਕਿ ਸੈਂਟਰ ਗਵਰਨਮੈਂਟ ਨੇ ਜਿਹੜੇ ਚੀਜ਼ ਤੇ ਪਾਬੰਦੀ ਲਾਈ ਹੈ। ਅੱਜ ਜੇ ਅਸੀਂ ਕਹੀਏ ਕਿ ਜਿਹੜਾ ਪਹਿਲਾ ਚਰਨ ਦੇ ਵਿੱਚ 3 ਮਹੀਨੇ ਦਾ ਇਹਨਾਂ ਨੇ ਲੋਕਡਾਊਨ ਲਾਤਾ ਕੇਂਦਰ ਸਰਕਾਰ ਨੇ, ਉਹ ਗਲਤ ਹੈ, ਉਹ ਹੁਣ ਲੱਗਣਾ ਚਾਹੀਦਾ ਸੀ। ਉਹ 3 ਮਹੀਨੇ 'ਚ ਜੋ ਲੋਕਾਂ ਦੀ ਆਰਥਿਕ ਸਥਿਤੀ ਪਤਲੀ ਹੋ ਗਈ, ਲੋਕ ਅੱਜ ਕਰਜ਼ਾਈ ਹੋ ਗਏ, ਪ੍ਰਾਈਵੇਟ ਘਰਾਣਿਆਂ ਦੇ ਵਿੱਚੋਂ ਨੌਕਰੀਆਂ ਚੋਂ ਕੱਢੇ ਗਏ। ਚਲੋ ਮੰਨਦੇ ਇਸ ਗੱਲ ਨੂੰ, ਪ੍ਰੋਬਲਮ ਬਹੁਤ ਆਈਆਂ, ਮੰਨਦੇ ਬਹੁਤ ਨਹੀਂ, ਅੱਜ ਪ੍ਰੋਬਲਮ ਹੀ ਪ੍ਰੋਬਲਮ ਹੈ। ਉਸ ਪ੍ਰੋਬਲਮ ਦੇ ਵਿੱਚ ਜਿੱਥੇ ਆਪੋਜੀਸ਼ਨ ਇਹ ਕਹਿ ਰਹੀ ਸੀ ਸਟੇਟ ਦੇ ਵਿੱਚ ਕਿ ਅਸੀਂ ਆਪਣੀ ਕਾਰਗੁਜ਼ਾਰੀ ਬੰਦ ਕਰਾਂਗੇ, ਲੇਕਿਨ ਉਹਨਾਂ ਨੇ ਰੱਜ ਕੇ ਆਪਣੀ ਸਿਆਸਤ ਕੀਤੀ, ਉਹ ਸੜਕਾਂ ਤੇ ਆਏ। ਅੱਜ ਜੇ ਸੈਸ਼ਨ ਇੱਕ ਮਜਬੂਰੀ ਨੂੰ ਮੁੱਖ ਮੰਤਰੀ, ਕਿਉਂਕਿ ਕੱਲ ਨੂੰ ਜੇ ਹਾਲਾਤ ਹੋਰ ਵਿਗੜੇ, ਇਹਨਾਂ ਨੇ ਕਹਿਣਾ ਮੁੱਖ ਮੰਤਰੀ ਫੇਲ ਹੈ, ਇਹ ਮੁੱਖ ਮੰਤਰੀ ਦਾ ਫਤਿਹ ਐ ਹੋ ਗਿਆ ਜੀ, ਫਲਾਨਾ ਐ ਹੋ ਗਿਆ ਜੀ। ਇਹਨਾਂ ਨੇ ਤਾਂ ਆਪੋਜੀਸ਼ਨ ਆਪਣੀ ਗੱਲ ਕਰਨੀ ਹੈ। ਅੱਜ ਉਹਨਾਂ ਦੀ ਜ਼ਿੰਮੇਵਾਰੀ ਹੈ ਮੁੱਖ ਮੰਤਰੀ ਸਾਹਿਬ ਦੀ। ਤੁਸੀਂ ਉਹਨਾਂ ਦੀ ਸ਼ਬਦਾਵਲੀ ਨੂੰ ਕੋਈ ਫਰੇਬ ਜਾਂ ਹੋਰ ਨਹੀਂ ਕਹਿ ਸਕਦੇ, ਉਹਨਾਂ ਦੀ ਸ਼ਬਦਾਵਲੀ 'ਚ ਕੋਈ ਰਾਜਨੀਤੀ ਨਹੀਂ ਕਹਿ ਸਕਦੇ। ਜੋ ਸ਼ਬਦਾਵਲੀ ਉਹਨਾਂ ਨੇ ਦੁਆਰਤੀ, ਜੋ ਦੁੱਖ, ਜੋ ਪੀੜਾ ਆਪਣੀ ਪ੍ਰਗਟ ਕੀਤੀ, ਉਹ ਸਾਫ਼ ਉਹਨਾਂ ਦੇ ਸ਼ਬਦਾਂ ਵਿੱਚ ਝਲਕ ਰਹੀ ਸੀ। ਇਸ ਲਈ ਇਹ ਜਿਹੜਾ ਸੈਕਸ਼ਨ ਹੈ, ਅਸੀਂ ਸਮਝਦੇ ਹਾਂ ਕਿ ਜਿੱਦਾਂ ਉਹਨਾਂ ਨੇ ਕਿਹਾ ਵਿਧਾਇਕ ਵੀ ਆਪਣਾ NOC ਲੈ ਕੇ ਆਉਣ, ਟੈਸਟ ਕਰਾ ਕੇ ਆਉਣ, ਪੋਜ਼ਿਟਿਵ ਨਹੀਂ ਹੋਣਾ ਚਾਹੀਦਾ, ਬਿਲਕੁਲ ਹੁਣ ਨਹੀਂ ਹੋਣਾ ਚਾਹੀਦਾ। ਜੇ ਅਸੀਂ ਲੋਕਾਂ ਨੂੰ ਕਹਿੰਦੇ ਤਾਂ ਜੇ ਉੱਥੇ ਪ੍ਰੋਟੋਕੋਲ ਹੀ ਨਾ ਪੂਰਾ ਹੋਵੇ ਵਿਧਾਨ ਸਭਾ 'ਚ, ਮੰਤਰੀਆਂ ਦਾ ਵੀ ਔਰ ਵਿਧਾਇਕਾਂ ਦਾ ਵੀ, ਫਿਰ ਸੈਸ਼ਨ ਕਿੱਦਾਂ ਹੋਊਗਾ? ਜੇ ਸੈਸ਼ਨ ਇਸ ਤਰ੍ਹਾਂ ਕਰਨੇ ਕਿ ਜੈਸੇ ਸੈਸ਼ਨ ਕਰਨਾ ਵੀ ਸੀ ਤੇ ਇਹਨਾਂ ਨੂੰ ਚਾਹੀਦਾ ਵੀਡੀਓ ਕਾਨਫਰੰਸ ਨਹੀਂ ਕਰ ਲੈਣ। ਚਲੋ ਉਹ ਤਾਂ ਸਰਕਾਰ ਨੇ ਸੋਚਣਾ ਸੀ ਨਾ। ਨਹੀਂ, ਪਰ ਸਰਕਾਰ ਨੇ ਆਪਣੇ ਵੱਲੋਂ ਉਹ ਇੱਕ ਦਿਨ ਵੀ ਇੱਕ ਉਹਦੇ ਤੇ ਲਿਆ ਕੇ ਦਿੱਤਾ। ਜੇ ਉਹ ਵੀ ਅੱਜ ਆਪੋਜੀਸ਼ਨ ਉਹ ਤੇ ਵੀ ਰਾਜਨੀਤੀ ਕਰਨੀ ਚਾਹੁੰਦੀ ਹੈ ਤਾਂ ਰੱਬੀ। ਮੈਂ ਪੁੱਛ ਲਾਂ, ਹਾਂਜੀ ਆਪੋਜੀਸ਼ਨ ਬੈਠੇ ਆਮ ਆਦਮੀ ਪਾਰਟੀ, ਕੀ ਵਾਕਈ ਤੁਸੀਂ ਰਾਜਨੀਤੀ ਕਰਨਾ ਚਾਹੁੰਦੇ ਹੋ? ਇੱਕ ਦਿਨ ਦਾ ਸੈਸ਼ਨ ਤੁਹਾਨੂੰ ਮਨਜ਼ੂਰ ਨਹੀਂ ਸੀਗਾ? ਪੰਜਾਬ ਦੇ ਸੂਬੇ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਆਪਣੇ ਜਿਹੜੇ ਇਹਨਾਂ ਦੀਆਂ ਕਾਰਗੁਜ਼ਾਰੀਆਂ ਨੇ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਕੋਵਿਡ-19 ਦੇ ਦੌਰਾਨ, ਉਹਦੇ ਵਿੱਚ ਇਹਨਾਂ ਦਾ ਜਿਹੜਾ ਮਿਸ਼ਨ ਫਤਿਹ ਹੈ ਉਹ ਜਮੇ ਫੇਲੀਅਰ ਹੈ। ਕੋਈ ਇਦਾਂ ਦਾ ਕੰਮ ਇਹਨਾਂ ਨੇ ਨਹੀਂ ਕੀਤਾ। ਇਹ ਤਾਂ ਡਰਦੇ ਮਾਰੇ ਇੱਕ ਦਿਨ ਦਾ ਸੈਸ਼ਨ ਕਰ ਰਹੇ ਆ, ਕਿਉਂਕਿ ਹੋ ਸਕਦਾ ਹੈ ਇਹਨਾਂ ਦੀ ਸੰਵਿਧਾਨਿਕ ਕੋਈ ਮਜਬੂਰੀ ਹੋਵੇ, ਸੈਸ਼ਨ ਬੁਲਾਉਣਾ ਜ਼ਰੂਰੀ ਸਮਝਦੇ ਹੋਣ ਵੀ ਨਹੀਂ ਕਰਾਂਗੇ ਤਾਂ ਬਹੁਤ ਰੌਲਾ ਪਊਗਾ। ਉਹ ਤਾਂ ਹੈ ਹੀ ਹੈ, ਉਹ ਤਾਂ ਬੁਲਾਣਾ ਹੀ ਪੈਣਾ ਸੀ। ਸੋ ਇਹਨਾਂ ਨੂੰ ਚਾਹੀਦਾ ਸੀਗਾ, ਇਹਨੂੰ ਵਧਾਉਣਾ ਚਾਹੀਦਾ ਸੀ, ਐਟਲੀਸਟ 10 ਦਿਨ ਦਾ ਸੈਸ਼ਨ ਕਰਨਾ ਚਾਹੀਦਾ ਸੀਗਾ। ਔਰ ਇਹ ਕੋਵਿਡ ਦਾ ਦੌਰ ਹੈ, ਇਸ ਦੌਰ ਦੇ ਵਿੱਚ
ਵਿਪਕਸ਼ ਦੇ ਜਿੰਨੇ ਵੀ ਐਮਐਲਏ ਹੈਗੇ ਆ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ, ਪੰਜਾਬ ਸਟੇਟ ਬਾਰੇ ਸੋਚਣਾ ਚਾਹੀਦਾ ਸੀ। ਔਰ ਜਿਹੜਾ ਇਹਨਾਂ ਨੇ ਸੈਟਰਡੇ ਔਰ ਸੰਡੇ ਦਾ ਜਿਹੜਾ ਲਾਕਡਾਊਨ ਲਾਇਆ ਹੈਗਾ ਜਾਂ ਔਡ ਈਵਨ ਦਾ ਫਾਰਮੂਲਾ ਇਹਨਾਂ ਨੇ ਅਡਾਪਟ ਕੀਤਾ ਹੈਗਾ ਬਿਜ਼ਨਸ ਵਾਸਤੇ, ਇਹ ਫੇਲ ਹੈ। ਵਪਾਰੀ ਦਾ ਵਿਰੋਧ ਕਰ ਰਹੇ ਆ। ਇਹ ਅਸੀਂ ਆਮ ਆਦਮੀ ਪਾਰਟੀ ਵੱਲੋਂ ਨਹੀਂ ਕਹਿ ਰਹੇ, ਤੁਸੀਂ ਆਮ ਸਰਵੇ ਕਰਕੇ ਜਾ ਕੇ ਦੇਖੋ ਬਾਜ਼ਾਰਾਂ ਦੇ ਵਿੱਚ ਵਪਾਰੀ ਦਾ ਵਿਰੋਧ ਕਰ ਰਿਹਾ। ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿ ਦਿੰਦਾ, ਸੈਟਰਡੇ ਔਰ ਸੰਡੇ ਦਾ ਜਿਹੜਾ ਇਹ ਲਾਕਡਾਊਨ ਲਾ ਰਹੇ ਆ, ਇਹਦੇ ਨਾਲ ਕਰੋਨਾ ਖਤਮ ਨਹੀਂ ਹੋਣਾ, ਇਹਦੇ ਨਾਲ ਕਰੋਨਾ ਡਿਲੇ ਵੀ ਨਹੀਂ ਹੋਣਾ। ਕਰੋਨਾ ਡਿਲੇ ਨਹੀਂ ਹੋਣਾ। ਜਦੋਂ ਤੁਸੀਂ 14 ਦਿਨ ਦਾ 15 ਦਿਨ ਦਾ 20 ਦਿਨ ਦਾ ਕੋਈ ਲਾਕਡਾਊਨ ਲਾਉਂਦੇ ਹੋ, ਉਹਦੇ ਨਾਲ ਵੀ ਕਰੋਨਾ ਖਤਮ ਨਹੀਂ ਹੁੰਦਾ। ਲੇਕਿਨ ਸੈਟਰਡੇ ਔਰ ਸੰਡੇ ਦਾ ਤਾਂ ਬਿਲਕੁਲ ਨਹੀਂ ਹੋਗਾ। ਇਸ ਕਰਕੇ ਸਰਕਾਰ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਸਰਕਾਰ ਕੋਲ ਕੋਈ ਮੁੱਦਾ ਨਹੀਂ ਹੈਗਾ ਲੋਕਾਂ ਨੂੰ ਦੱਸਣ ਵਾਸਤੇ ਜਾਂ ਵਿਪਕਸ਼ ਨੂੰ ਦੱਸਣ ਵਾਸਤੇ ਜਾਂ ਪੰਜਾਬ ਦੇ ਲੋਕਾਂ ਨੂੰ ਦੱਸਣ ਵਾਸਤੇ। ਦੈਟ ਇਜ਼ ਵਾਈ ਇਹ ਇੱਕ ਦਿਨ ਦਾ ਸੈਸ਼ਨ ਬੁਲਾ ਰਹੇ ਹੈ। ਇਹਨਾਂ ਕੋਲ ਹੈ ਕੁਝ ਨਹੀਂ, ਹੈ ਖਾਲੀ ਨੇ, ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ। ਇਸ ਕਰਕੇ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੇ ਹੈ। ਔਰ ਇਹ ਦੇਖੋ, ਉਹਦਾ ਮੁੱਖ ਮੰਤਰੀ ਕੋਲ ਸੰਵਿਧਾਨਕ ਪਾਵਰਾਂ ਹੁੰਦੀਆਂ ਨੇ, ਉਹ ਜਿੰਨੇ ਦਿਨ ਮਰਜ਼ੀ ਦਾ ਸੈਸ਼ਨ ਬੁਲਾ ਸਕਦਾ। ਇਹ ਅਵੋਇਡ ਕਰ ਰਹੇ ਨੇ ਕਿਉਂਕਿ ਇਹਨਾਂ ਦੇ ਇਹ ਲੋਕਾਂ ਦੇ ਵਾਸਤੇ ਇਹਨਾਂ ਨੇ ਕੀਤਾ ਕੁਝ ਨਹੀਂ। ਇਸੇ ਕਰਕੇ ਇਹਨਾਂ ਨੂੰ ਡਰ ਲੱਗਦਾ ਕਿ ਜਦੋਂ ਵਿਪਕਸ਼ ਦੇ ਲੋਕ ਜਾਂ ਇਹਨਾਂ ਦੇ ਆਪਣੇ ਐਮਐਲਏਜ਼ ਜਿਹੜੇ ਅੰਦਰ ਸੁਬਗਾਟ ਹੈਗੀ ਆ, ਉਹ ਵੀ ਜਦੋਂ ਕੁਐਸਚਨ ਪੁੱਛਣਗੇ ਇਹਨਾਂ ਤੋਂ ਦੱਸਿਆ ਕੁਝ ਨਹੀਂ ਜਾਣਾ। ਦੈਟ ਇਜ਼ ਵਾਈ ਇੱਕ ਦਿਨ ਦਾ ਸੈਸ਼ਨ ਬੁਲਾ ਰਹੇ। ਇੱਕ ਦਿਨ ਦਾ ਨਹੀਂ ਹੈਗਾ, ਉਹ 2 ਘੰਟੇ ਦਾ ਸੈਸ਼ਨ ਹੈਗਾ। ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈਗਾ ਕਿ ਸੈਸ਼ਨ ਘੱਟੋ ਘੱਟ 10 ਦਿਨ ਦਾ ਕਰਨਾ ਚਾਹੀਦਾ ਹੈਗਾ। ਕੀ ਧਮਾਨ ਸਾਹਿਬ ਜਿਸ ਤਰ੍ਹਾਂ ਬਾਕੀ ਜਗ੍ਹਾ 50% ਅਲਾਉ ਕੀਤਾ, ਕਿ ਇੱਥੇ ਸੈਸ਼ਨ ਦੇ ਵਿੱਚ ਵੀ ਇਦਾਂ ਕਰ ਦਿੰਦੇ ਤੇ ਦਿਨ ਵਧਾ ਦਿੰਦੇ ਤੇ 50% ਅਗਰ ਵਿਧਾਇਕ ਆ ਜਾਂਦੇ ਆ, 117 ਵਿਧਾਇਕ ਨੇ ਹੋਰ ਵੀ ਹੈ, ਤੇ ਹੋ ਸਕਦਾ ਸੀ ਜੇ ਟਰਨ ਬਾਈ ਟਰਨ ਆਪਣੀ ਗੱਲ ਰੱਖ ਸਕਦੇ ਸੀ। ਦੇਖੋ, ਅਗਰ ਸਰਕਾਰ ਦੀ ਨੀਅਤ ਸਹੀ ਹੋਵੇ ਜੀ ਤਾਂ ਬਹੁਤ ਸਾਰੇ ਹੱਲ ਨਿਕਲ ਸਕਦੇ ਨੇ। ਮੇਰੇ ਮਾਨਯੋਗ ਦੋਸਤ ਨੇ ਗੱਲ ਕਹੀ ਵੀ ਕਿ ਇਹ ਵਰਚੁਅਲ ਤੌਰ ਤੇ ਵੀ ਇਹ ਸੈਸ਼ਨ ਹੋ ਸਕਦਾ ਤੇ ਇਹਦਾ 50% ਦੇ ਤੌਰ ਤੇ ਹੋ ਸਕਦਾ। ਅਗਰ ਅਸੀਂ ਮਾੜੇ ਗਰੀਬ ਵਪਾਰੀ ਦੀਆਂ ਦੁਕਾਨਾਂ ਔਡ ਈਵਨ ਤੇ ਕਰ ਸਕਦੇ ਆ ਤਾਂ ਕੀ ਸੈਸ਼ਨ ਨਹੀਂ ਹੋ ਸਕਦਾ? ਬਾਕੀ ਕੰਮ ਨਹੀਂ ਹੋ ਰਹੇ। ਅਸਲ 'ਚ ਮਾਨਸਿਕਤਾ ਮਾਨਯੋਗ ਕੈਪਟਨ ਸਾਹਿਬ ਦੀ ਐਸੀ ਹੈ ਕਿ ਉਹ ਬਿਲਕੁਲ ਕਿਸੇ ਸਮੱਸਿਆ ਨੂੰ ਫੇਸ ਨਹੀਂ ਕਰਨਾ ਚਾਹੁੰਦੇ। ਉਹ ਹਰ ਚੀਜ਼ ਨੂੰ ਦੇਖੋ, ਉਹ ਜਦੋਂ ਦਾ ਇਹ ਕਰੋਨਾ ਕਾਲ ਚੱਲ ਰਿਹਾ, ਉਹ ਮੈਨੂੰ ਨਹੀਂ ਲੱਗਦਾ ਕਿ ਉਹ ਆਪਣੇ ਐਮਐਲਏਜ਼ ਨੂੰ ਵੀ ਮਿਲ ਰਹੇ ਨੇ, ਆਪਣੇ ਮੰਤਰੀਆਂ ਨੂੰ ਵੀ ਮਿਲ ਰਹੇ ਨੇ। ਉਹ ਉਹਨਾਂ ਨੇ ਆਪਣੇ ਆਪ ਨੂੰ ਇੱਕ ਅਲੱਗ ਕੀਤਾ ਹੋਇਆ ਔਰ ਉਸ ਢੰਗ ਦੇ ਨਾਲ ਉਹ ਸਰਕਾਰ ਨੂੰ ਚਲਾ ਰਹੇ ਨੇ। ਔਰ ਕੋਈ ਸਰਕਾਰ ਥੱਲੇ ਗਰਾਊਂਡ ਤੇ ਵਿਚਰ ਨਹੀਂ ਰਹੀ। ਜਦੋਂ ਵਿਪਕਸ਼ ਦਾ ਇੰਨਾ ਰੌਲਾ ਪਿਆ, ਜਦੋਂ ਇੱਥੇ ਸ਼ਰਾਬ ਦੇ ਨਾਲ ਇੰਨੀ ਜਨਤਾ ਦੀ ਮੌਤ ਹੋ ਗਈ, ਇੰਨੇ ਲੋਕ ਪਰਿਵਾਰ ਉੱਜੜ ਗਏ, ਤਾਂ ਜਦੋਂ ਬਹੁਤ ਰੌਲਾ ਪਿਆ ਉਸ ਤੋਂ ਬਾਅਦ ਕੈਪਟਨ ਸਾਹਿਬ ਮਿਲਣ ਗਏ ਔਰ ਉੱਥੇ ਦੇਖੋ ਰੈੱਡ ਕਾਰਪੇਟ ਵਿਛਾ ਕੇ ਔਰ 10 ਫੁੱਟ ਦੇ ਫਾਸਲੇ ਤੋਂ ਪਰਿਵਾਰਾਂ ਦੇ ਨਾਲ ਸੰਮਤੀ ਜਤਾ ਰਹੇ ਨੇ ਕਿ ਇਸ ਢੰਗ ਦੇ ਨਾਲ ਸਰਕਾਰਾਂ ਚੱਲਦੀਆਂ ਨੇ। ਨਹੀਂ, ਮਾਲੀ ਸਹਾਇਤਾ ਵੀ ਦਿੱਤੀ ਉਹਨਾਂ ਨੇ। ਉਹ ਦੇਖੋ, ਇਹ ਸਰਕਾਰਾਂ ਦਾ ਕੰਮ ਆ ਮਾਲੀ ਸਹਾਇਤਾ ਦੇਣੀ, ਲੇਕਿਨ ਕੀ ਉਹ ਮਾਲੀ ਸਹਾਇਤਾ ਸਫੀਸ਼ੀਐਂਟ ਆ? ਮਾਲੀ ਸਹਾਇਤਾ ਜਿਹੜੇ ਫਸਟ ਲਾਈਨ ਤੇ ਵਰਕਰ ਕੰਮ ਕਰ ਰਹੇ ਨੇ, ਕਿ ਉਹਨਾਂ ਦੇ ਲਈ ਜਿਹੜੀ ਮਾਲੀ ਸਹਾਇਤਾ ਉਹਨਾਂ ਨੇ ਕਹੀ ਆ, ਚਾਹੇ ਉਹ ਆਮ ਛੋਟਾ ਸਟਾਫ ਹੋਵੇ, ਚਾਹੇ ਪੱਤਰਕਾਰ ਹੋਣ, 10-10 ਲੱਖ ਰੁਪਇਆ ਜਿਹੜੇ ਆਪਣੇ ਆਪ ਨੂੰ ਜਾਨ ਹਥੇਲੀ ਤੇ ਲੈ ਕੇ ਜਨਤਾ ਦੀ ਸੇਵਾ ਕਰ ਰਹੇ ਨੇ, ਕਿ ਉਹਨਾਂ ਨੂੰ ਕੋਈ ਤਨਖਾਹ ਮਿਲਦੀ ਹੈ ਇਸ ਤਰ੍ਹਾਂ ਐਕਸਟਰਾ ਕਰਨ ਦੀ ਲਈ? ਤੇ ਸਰਕਾਰ ਉਹਨਾਂ ਬਾਰੇ ਕੀ ਸੋਚ ਰਹੀ ਹੈ ਕਿ 10 ਲੱਖ ਦਾ ਮੁਆਵਜ਼ਾ ਦੇ ਰਹੀ ਆ ਤੇ ਇਹਨਾਂ ਕੋਲ ਸਾਰਾ ਕੁਝ ਹੈ। ਇਹ ਅੱਜ ਸੈਸ਼ਨ ਦਾ ਨਾਮ ਪੈਸੇ ਦੇ ਨਾਂ ਤੇ ਪਾਬੰਦੀ ਲਗਾ ਰਹੇ ਨੇ। ਇਹਨਾਂ ਦੀ ਮਾਨਸਿਕਤਾ ਨਹੀਂ ਹੈ ਜਨਤਾ ਨੂੰ ਫੇਸ ਕਰਨ ਲਈ, ਇਹਨਾਂ ਕੋਲ ਕੁਝ ਨਹੀਂ ਹੈ ਜਵਾਬਦੇਹੀ ਦੇਣ ਲਈ, ਇਸ ਕਰਕੇ ਸਾਰਾ ਕੁਝ ਇਹ ਕਰ ਰਹੇ ਨੇ। ਨਹੀਂ ਤਾਂ ਰਸਤੇ ਬਹੁਤ ਸਾਰੇ ਹੈਗੇ ਆ ਜਿਹਦੇ ਨਾਲ ਜਨਤਾ ਦੀ ਆਵਾਜ਼ ਨੂੰ ਸਾਹਮਣੇ ਲਿਆ ਸਕਦੇ। ਦੇਖੋ, ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਤੁਸੀਂ, ਤਾਂ ਕੀ ਤੁਸੀਂ ਇਸ ਵੇਲੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਕੀ ਤੁਸੀਂ ਅਟੈਂਡ ਕਰੋਗੇ ਕਿ ਜਾਂ ਬਾਹਰ ਹੀ ਧਰਨਿਆਂ 'ਚ ਖਤਮ ਕਰ ਦੋਗੇ? ਕਿਉਂਕਿ ਆਮ ਤੌਰ ਤੇ ਇਹੀ ਦੇਖਿਆ ਗਿਆ, ਜੋ ਤੁਹਾਡੇ ਵੱਡੇ ਵੱਡੇ ਲੀਡਰ ਨੇ ਉਹ ਅੰਦਰ ਜਾਣ ਨੂੰ ਤਿਆਰ ਹੀ ਨਹੀਂ ਹੁੰਦੇ। ਆਪਣੀ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਅੰਦਰ ਜਾ ਕੇ ਚਾਹੇ ਇੱਕ ਦਿਨ ਦਾ ਵੀ ਹੋਵੇ ਉਹ ਹੱਲ ਕਰਨ ਨੂੰ ਤਿਆਰ ਨਹੀਂ ਹੁੰਦੇ। ਇਸੇ ਕਰਕੇ ਸਰਕਾਰ ਜਦੋਂ ਕਹਿੰਦੀ ਹੈ ਵੀ ਅਸੀਂ ਬੁਲਾਇਆ, ਤੁਸੀਂ ਆ ਕੇ ਕੋਈ ਵੀ ਚਰਚਾ ਹੀ ਨਹੀਂ ਕਰਦੇ, ਬਾਹਰ ਹੀ ਆਪਣਾ ਧਰਨਾ ਪ੍ਰਦਰਸ਼ਨ ਕਰਕੇ ਤੇ ਮੁਰਦਾਬਾਦ ਜਿੰਦਾਬਾਦ ਕਰਕੇ ਚਲੇ ਜਾਂਦੇ। ਕਿਤੇ ਇਸ ਤਰ੍ਹਾਂ ਤਰੀਕੇ ਨਾਲ ਤਾਂ ਨਹੀਂ ਕਰਨਾ ਇਸ ਵਾਰ ਵੀ? ਨਹੀਂ, ਐਦਾਂ ਨਹੀਂ ਹੈਗਾ। ਦੇਖੋ, ਅਗਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਦਾਂ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਅਟੈਂਡ ਨਹੀਂ ਕਰੇਗੀ, ਉਹਨਾਂ ਨੂੰ ਸਮਾਂ 10 ਦਿਨ ਦੇ ਬੁਲਾਉਣਾ ਚਾਹੀਦਾ ਸੀਗਾ, ਐਕਸਪੋਜ਼ ਕਰਨਾ ਚਾਹੀਦਾ ਸੀਗਾ। ਇਹ ਡਰਦੇ ਮਾਰੇ ਨਹੀਂ ਬੁਲਾ ਰਹੇ ਹੈਗੇ। ਇਹ ਚਾਹੁੰਦੇ ਨਹੀਂ ਹੈਗੇ ਕਿ ਪੰਜਾਬ ਦੇ ਮੁੱਦੇ, ਖਾਸ ਤੌਰ ਤੇ ਕੋਵਿਡ-19 ਦਾ ਜਿਹੜਾ ਦੌਰ ਚੱਲ ਰਿਹਾ, ਇਸ ਦੌਰ ਦੇ ਵਿੱਚ ਲੋਕਾਂ ਦਾ ਭਲਾ ਹੋਵੇ। ਹਸਪੀਟਲਾਂ ਦੇ ਵਿੱਚ ਬੈੱਡ ਨਹੀਂ ਹੈਗੇ। ਦਿੱਲੀ ਸਰਕਾਰ ਤੋਂ ਇਹਨਾਂ ਨੂੰ ਸਿੱਖਣਾ ਚਾਹੀਦਾ ਹੈਗਾ। ਦਿੱਲੀ ਸਰਕਾਰ ਨੇ ਅਲਟਰਨੇਟ ਜਿਹੜੇ ਵਿਵਸਥਾਵਾਂ ਕੀਤੀਆਂ, ਇਹਨਾਂ ਨੇ ਕਿੰਨੇ ਵਿਵਸਥਾ ਕੀਤੀ ਹੈ? ਇਹਨਾਂ ਨੇ ਜਿਹੜੇ ਆਲਰੇਡੀ ਐਗਜ਼ਿਸਟਿੰਗ ਹਸਪੀਟਲਸ ਹੈਗੇ ਆ ਜਾਂ ਐਗਜ਼ਿਸਟਿੰਗ ਜਿਹੜੇ ਬੈੱਡਸ ਹੈਗੇ ਆ, ਕਿਸੇ ਪ੍ਰਾਈਵੇਟ ਹਸਪੀਟਲ ਨਾਲ ਇਹਨਾਂ ਨੇ ਕੋਈ ਪਰਸਨਲੀ ਗੱਲ ਕੀਤੀ ਹੈ ਕਿ ਅਸੀਂ ਆਪਣੇ ਹਸਪੀਟਲ
ਹਸਪੀਟਲ ਦਾ 20% ਜਾਂ 40% ਸਾਨੂੰ ਦਿਓ ਤੁਸੀਂ ਕੋਵਿਡ ਵਾਸਤੇ। ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਨੇ ਇਹ ਸਾਰਾ ਸੈਟਅਪ ਕੀਤਾ ਹੈਗਾ, ਔਰ ਉਹਨਾਂ ਨੇ ਜਿਹੜੀ ਹੋਮ ਆਈਸੋਲੇਸ਼ਨ ਨੂੰ ਜਿਹੜਾ ਹੈਗਾ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਅਲਾਉ ਕੀਤਾ। ਭਾਵੇਂ ਕੇਂਦਰ ਸਰਕਾਰ ਨੇ ਉੱਤੇ ਬੈਨ ਲਾਇਆ ਸੀਗਾ, ਲੇਕਿਨ ਫਿਰ ਜਦੋਂ ਲੋਕਾਂ ਨੇ ਆਵਾਜ਼ ਚੱਕੀ, ਪੱਤਰਕਾਰਾਂ ਨੇ ਆਵਾਜ਼ ਚੱਕੀ, ਮੈਂ ਮੀਡੀਆ ਦਾ ਬੜਾ ਇਹ 'ਚ ਸ਼ੁਕਰਗੁਜ਼ਾਰ ਹਾਂ ਕਿ ਦਿੱਲੀ ਦੇ ਵਿੱਚ ਪੱਤਰਕਾਰਾਂ ਨੇ ਆਵਾਜ਼ ਚੁੱਕੀ। ਕਿਉਂ? ਬਹੁਤ ਸਾਰੇ ਪੱਤਰਕਾਰ ਜਿਹੜੇ ਸੀ ਅਫੈਕਟਡ ਸੀਗੇ ਔਰ ਹੋਮ ਆਈਸੋਲੇਸ਼ਨ ਜਿਹੜਾ ਫਾਇਦਾ ਚੱਕ ਰਹੇ ਸੀਗੇ। ਇਹਨਾਂ ਨੇ ਉਹ ਕੇਂਦਰ ਸਰਕਾਰ ਨੇ ਬੈਨ ਲਾਇਆ, ਲੇਕਿਨ ਨਹੀਂ, ਜਦੋਂ ਆਵਾਜ਼ ਹੋਈ ਫਿਰ ਉਹਨਾਂ ਨੂੰ ਕਰਨਾ ਪਿਆ। ਦਿੱਲੀ ਦਾ ਜਿਹੜਾ ਮਾਡਲ ਹੈਗਾ ਕੋਰੋਨਾ ਦਾ, ਉਹ ਅਮਰੀਕਾ ਕਾਪੀ ਕਰ ਰਿਹਾ। ਸਾਨੂੰ ਪੰਜਾਬ ਨੂੰ ਕਰਨ ਨੂੰ ਕੀ ਹੁੰਦਾ? ਕਿਉਂਕਿ ਅਸੀਂ ਕ੍ਰੈਡਿਟ ਦੇਣਾ ਨਹੀਂ ਚਾਹੁੰਦੇ, ਕ੍ਰੈਡਿਟ ਲੈਣਾ ਨਹੀਂ ਚਾਹੁੰਦੇ। ਕੇਜਰੀਵਾਲ ਜੀ ਨੇ ਤਾਂ ਇੱਥੇ ਤੱਕ ਕਿਹਾ ਹੈਗਾ ਕਿ ਜੋ ਕੁਝ ਵੀ ਹਾਲੇ ਨਹੀਂ ਹੋਇਆ ਉਹਦੀ ਸਾਡੀ ਜ਼ਿੰਮੇਵਾਰੀ ਹੈ, ਔਰ ਜੋ ਕੁਝ ਹੋ ਚੁੱਕਾ ਉਹ ਸਾਡੇ ਡਾਕਟਰ ਕਰ ਰਹੇ ਨੇ, ਸਾਡੇ ਲੋਕ ਕਰ ਰਹੇ ਨੇ। ਅਮਰਿੰਦਰ ਜੀ ਨੂੰ ਕੀ ਹੁੰਦਾ? ਸੂਬੇ ਦੇ ਮੁੱਖ ਮੰਤਰੀ ਹੈ, ਇਹਨਾਂ ਨੂੰ ਚਾਹੀਦਾ ਸੀਗਾ। ਮੈਂ ਅੱਗੇ ਵੀ ਕਈ ਵਾਰ ਅਸੀਂ ਗੱਲ ਕੀਤੀ ਹੈਗੀ ਹੈ, 10,000 ਬੈੱਡ ਦਾ ਜਿਹੜਾ ਪ੍ਰਬੰਧ ਆ ਉਹਨਾਂ ਨੇ ਅਮਿਤ ਸ਼ਾਹ ਦੀ ਗੱਲ ਕਰ ਰਹਾ, ਮਾਨਯੋਗ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਹੈਗੇ ਆ, ITBP ਰਾਧਾ ਸਵਾਮੀ ਸਾਸੰਗ ਬਿਆਸ ਨਾਲ ਮਿਲ ਕੇ 10,000 ਦਾ ਜਿਹੜਾ ਅਲਟਰਨੇਟਿਵ ਕੋਵਿਡ ਵਾਸਤੇ ਵਿਵਸਥਾ ਕੀਤੀ। ਸੂਬੇ ਦੇ ਮੁੱਖ ਮੰਤਰੀ ਮਾਨਯੋਗ ਅਮਰਿੰਦਰ ਸਿੰਘ ਜੀ ਨੇ ਕਿੰਨੇ ਬੈੱਡ ਬਣਾਏ, ਜਦ ਕਿ ਰਾਧਾ ਸਵਾਮੀ ਸਾਸੰਗ ਨੇ ਕਿੰਨੀ ਵਾਰ ਨਹੀਂ ਫਿਕਰਮੰਦ ਤਾਂ ਹੈਗੇ ਆ, ਮੈਂ ਗੱਲ ਕਰਨਾ ਫਿਕਰਮੰਦ ਹੈਗੇ ਆ, ਫਿਕਰਮੰਦ ਨਾਲ ਇਸੇ ਕਰਕੇ ਸਖਤ ਹਦਾਇਤਾਂ ਵੀ ਰੋਜ਼ ਦੇ ਰਹੇ ਨੇ। ਮੈਂ ਕਹਿੰਦਾ ਹਦਾਇਤਾਂ ਮੈਂ ਚੰਗੀ ਤਰ੍ਹਾਂ ਦੇਈ ਜਾਵਾਂ, ਰੋਜ਼ ਹਦਾਇਤਾਂ ਦੇਈ ਜਾਵਾਂ, ਕੰਮ ਜ਼ਮੀਨ ਤੇ ਹੁੰਦੇ ਆ। ਕਿ ਤੁਸੀਂ ਦੱਸੋ, ਇਹਨਾਂ ਨੂੰ ਡਾਟਾ ਤੁਹਾਨੂੰ ਦੱਸਣਾ ਚਾਹੀਦਾ ਕਿ ਫਰਵਰੀ ਦੇ ਵਿੱਚ ਟੋਟਲ ਬੈੱਡ ਕਿੰਨੇ ਸੀ ਹਸਪੀਟਲਾਂ ਦੇ, ਪ੍ਰਾਈਵੇਟ ਔਰ ਸਰਕਾਰੀ। ਆਂਦਾ ਡਾਟਾ ਰੋਜ਼ ਆਂਦਾ ਗਰਾਊਂਡ ਤੇ ਕਿੰਨਾ ਇਹ ਨਹੀਂ ਪਤਾ, ਲੇਕਿਨ ਉਹ ਡਾਟਾ ਸਰਕਾਰ ਤਾਂ ਰੋਜ਼ ਭੇਜਦੀ ਆ। ਨਹੀਂ ਉਹ ਡਾਟਾ ਦੀ ਮੈਂ ਉਹ ਗੱਲ ਨਹੀਂ, ਇਹਨਾਂ ਨੇ ਫਰਦਰ ਹੋਰ ਐਕਸਟੈਂਸ਼ਨ ਕਿੰਨੀ ਕੀਤੀ ਹੈ, ਨਵੇਂ ਬੈੱਡ ਇਹਨਾਂ ਨੇ ਕਿੰਨੇ ਜਨਰੇਟ ਕੀਤੇ ਆ, ਚਾਹੇ ਉਹ ਟੈਂਪਰੇਰੀ ਹਸਪੀਟਲ ਦੀ ਗੱਲ ਕਿਉਂ ਨਾ ਕਰੀਏ, ਉਹਦੇ ਇਹਨਾਂ ਨੂੰ ਕਰਨਾ ਚਾਹੀਦਾ। ਦੇਖੋ ਲੋਕਾਂ ਨੂੰ ਡਾਕਟਰ ਜਿਹੜੇ ਹਸਪੀਟਲ ਹੈਗੇ ਆ, ਮੈਂ ਸਾਰੇ ਡਾਕਟਰਸ ਦੀ ਪੂਰੀ ਰਿਸਪੈਕਟ ਕਰਦਾ, ਚੰਗੇ ਡਾਕਟਰਾਂ ਦੀ ਗਿਣਤੀ ਬਹੁਤ ਹੈ, ਲੇਕਿਨ ਲੋਕਾਂ ਦੇ ਇਲਾਜ ਵਾਸਤੇ 10-10 15-15 ਲੱਖ ਰੁਪਇਆ ਇਹੋ ਜਿਹੀ ਬਿਮਾਰੀ ਵਾਸਤੇ ਖਰਚ ਕਰਨਾ ਪੈ ਰਿਹਾ ਜਿਹਦਾ ਕੋਈ ਇਲਾਜ ਨਹੀਂ ਹੈਗਾ। ਕੀ ਸਾਨੂੰ ਇੰਟਰਵੀਨ ਨਹੀਂ ਕਰਨਾ ਚਾਹੀਦਾ ਸੂਬੇ ਦੇ ਮੁੱਖ ਮੰਤਰੀ ਦੇ ਨਾਤੇ? ਬਿਲਕੁਲ। ਇਹ ਦੇਖੋ, ਇਹ ਤਾਂ ਬਹੁਤ ਉਹਨਾਂ ਨੇ ਵੱਡੀ ਗੱਲ ਕਹੀ ਹੈ, ਕਿਉਂਕਿ ਇਸ ਵੇਲੇ ਸਾਰਾ ਪੰਜਾਬ ਦੇ ਵਿੱਚ ਹੀ ਨਹੀਂ, ਬਲਕਿ ਮੈਂ ਕਹਾਂਗਾ ਪੂਰੇ ਦੇਸ਼ ਦੇ ਵਿੱਚ ਇਹੀ ਹਾਲ ਹੈ। ਜਿਹੜੇ ਹਸਪੀਟਲ ਆ ਇਸ ਵੇਲੇ ਮੌਕੇ ਦਾ ਫਾਇਦਾ ਉਠਾ ਰਹੇ ਆ, ਉਹ ਮੌਕੇ ਦਾ ਫਾਇਦਾ ਨਾ ਉਠਾਉਣ। ਕੀ ਸੂਬੇ ਨੂੰ ਉਹਦੇ ਵਿੱਚ ਇੰਟਰਵੀਨ ਨਹੀਂ ਕਰਨਾ ਚਾਹੀਦਾ? ਕੀ ਸਖਤ ਹਦਾਇਤਾਂ ਨਹੀਂ ਦੇਣਾ ਚਾਹੀਦੀਆਂ? ਸਿਰਫ ਪਬਲਿਕ ਨੂੰ ਸਖਤ ਹਦਾਇਤਾਂ ਦੇਣੀ ਚਾਹੀਦੀਆਂ ਕਿ ਜਾਂ ਹਸਪੀਟਲ ਨੂੰ ਦੇਣੀ ਚਾਹੀਦੀਆਂ? ਬਲਕਿ ਹਸਪੀਟਲ ਨੂੰ ਤਾਂ ਕੋਰੋਨਾ ਦਾ ਜਿਹੜੇ ਮਹਾਮਾਰੀ ਹੈ, ਇਹ ਪ੍ਰਕੋਪ ਹੈ, ਕੁਦਰਤੀ ਹੈ, ਜਿੱਥੋਂ ਵੀ ਮਰਜ਼ੀ ਹੈ, ਉਹਨਾਂ ਦਾ ਕੋਈ ਕਸੂਰ ਨਹੀਂ ਹੈ, ਉਹਨਾਂ ਨੂੰ ਤਾਂ ਫ੍ਰੀ ਇਲਾਜ ਕਰਨਾ ਚਾਹੀਦਾ। ਅੱਜ ਵੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਗਲੇ ਸੈਸ਼ਨ ਦੇ ਵਿੱਚ ਜਿਹੜਾ ਇਹਨਾਂ ਨੇ ਮੈਡੀਕਲ ਗਰਾਊਂਡ ਦੇ ਵਿੱਚ ਇੱਕ ਨਵਾਂ ਆਪਣਾ ਮਤਾ ਪਾਸ ਕਰਨਾ ਕਿ ਜਿਹਦੇ ਚ ਇੱਕ ਰੇਟ ਨਿਰਧਾਰਿਤ ਹੋ ਜਾਵੇ। ਕਦੋਂ ਕਰਨਗੇ? ਜਦੋਂ ਲੋਕਾਂ ਦਾ ਦੁਬਾਰਾ ਨਿਕਲ ਜਾਊ। ਕਰੋਨਾ ਦੇ ਵਿੱਚ ਜਦ ਉਹਨਾਂ ਨੇ ਰੇਟ ਨਿਰਧਾਰਿਤ ਕਰਤੇ, 3.5 ਲੱਖ ਤੋਂ ਜ਼ਿਆਦਾ ਉਹਨਾਂ ਨੇ ਕਹਿਤਾ ਕੋਈ ਵੀ ਇਹਦੇ ਵਿੱਚ ਲਿੱਤਾ ਨਹੀਂ ਜਾਊਗਾ, ਔਰ ਇੱਕ ਦਿਨ ਦੇ ਵੀ ਹਿਸਾਬ ਨਾਲ ਉਹਨਾਂ ਨੇ 3-4 ਕੈਟਾਗਰੀ ਚ ਨਿਰਧਾਰਿਤ ਕਰਤੇ। ਇੱਕ ਗੱਲ ਜ਼ਰੂਰ ਆਪਾਂ ਨੂੰ ਦੇਖਣੀ ਪੈਣੀ ਹੈ ਕਿ ਇਸ ਦੇਸ਼ ਦੇ ਵਿੱਚ ਜਿਹੜੀ ਸਵਾਸਥ ਸੁਵਿਧਾਵਾਂ ਦੀ ਸਥਿਤੀ ਸੀ, ਹੈਲਥ ਦੀ, ਉਹ ਕਿੰਨੀ ਕੁ ਬਿਹਤਰ ਸੀ ਕਿ ਉਹ ਸਾਡੇ ਸਾਹਮਣੇ ਆ ਗਈ ਹੈ। ਜੇ ਅਸੀਂ ਓਪੋਜੀਸ਼ਨ ਦੀ ਗੱਲ ਕਰੀਏ, ਪਹਿਲੇ ਚਰਨ ਤੋਂ ਜਦੋਂ ਸਾਡਾ ਲਾਕਡਾਊਨ ਲੱਗਿਆ ਸਟਾਰਟਿੰਗ ਸੈਂਟਰ ਦਾ, ਅੱਜ ਗੱਲਾਂ ਮੇਰੇ ਬੀਜੇਪੀ ਵਾਲੇ ਸਾਥੀ ਵੀ ਕਰਦੇ ਨੇ, ਪੰਜਾਬ 'ਚ ਇਹਨਾਂ ਦੇ 2 ਮੰਤਰੀ ਨੇ ਬੀਜੇਪੀ ਦੇ, ਇੱਕ ਸਾਂਝਾ ਮੰਤਰੀ ਇਹਨਾਂ ਦਾ, ਤੀਜਾ ਅਕਾਲੀ ਦਲ ਦਾ। ਜਿਸ ਲਈ ਇੱਥੇ ਦੀ ਸਟੇਟ ਦੀ ਗੱਲ ਆਈ ਹੈ, ਹੁਣ ਵੀ ਆਈ ਹੈ, ਇਹਨਾਂ ਦਾ ਕੀ ਸਹਿਯੋਗ ਰਿਹਾ ਕਰੋਨਾ 'ਚ? ਕਿੱਥੇ ਖੜੇ ਨੇ? ਅੱਜ ਜੇ ਪੂਰੇ ਵਰਲਡ ਦੀ ਗੱਲ, ਨੈਸ਼ਨ ਦੀ ਗੱਲ ਕਰਦੇ ਆ, ਅੱਜ ਕਿੱਥੇ ਤਾਈਂ ਪਹੁੰਚ ਗਿਆ ਆંકੜਾ? 31 ਲੱਖ ਤੋਂ ਉੱਤੇ ਪਹੁੰਚ ਗਿਆ। ਜੇ ਉਹਦੇ ਵਿੱਚ ਕੋਈ ਸਾਡਾ ਲੀਡਰ ਬੋਲਦਾ ਸੀ ਕਿ ਇੰਨਾ ਪਹੁੰਚੂਗਾ ਤੇ ਉਹਦਾ ਮਜ਼ਾਕ ਉਡਾਉਂਦੇ ਸੀ। ਲੇਕਿਨ 3 ਮਹੀਨੇ ਦੇ ਵਿੱਚ ਜਿਸਲੇ ਅਸੀਂ ਪਹਿਲਾ ਲੋਕਡਾਊਨ ਆਇਆ, ਅਸੀਂ ਕੋਈ ਵਿਵਸਥਾ ਦੇਖੀ ਮੈਡੀਕਲ? ਅਸੀਂ ਉਹ ਬਰਤਨ ਖਾਲੀ ਖੜਕਾਤੇ। ਸਾਡੀ ਸੰਸਕ੍ਰਿਤੀ ਕਦੀ ਖਾਲੀ ਬਰਤਨ ਖੜਕਾਣਾ ਤਾਂ ਸਾਲਾ ਬਚ ਸਕਣੀ ਹੈ। ਅਸੀਂ ਉਹ ਕੰਮ ਕੀਤੇ ਜਿਹੜੇ ਇੱਕ ਬਸ ਉਹ ਟੋਟਕੇ ਨੇ। ਅਸੀਂ ਜਿਹੜੀ ਸਰਕਾਰੀ ਜ਼ਿੰਮੇਵਾਰੀਆਂ ਸੀਗੀਆਂ, ਸਵਾਸਥ ਸੇਵਾ ਨੂੰ ਸੁਧਾਰਿਆ ਨਹੀਂ। ਕਿਸੇ ਸਟੇਟਾਂ ਨੂੰ ਇਹ ਨਹੀਂ ਕਿਹਾ ਤੁਹਾਨੂੰ ਜੇ ਲੋੜ ਹੈ ਮੈਂ ਦੇ ਦੇਣਾ, ਅੱਜ ਵੀ ਨਹੀਂ ਕਹਿ ਰਹੇ, ਅੱਜ ਵੀ ਨਹੀਂ ਕਰ ਰਹੇ। ਉਹ ਕਹਿੰਦੇ ਅਸੀਂ ਬਹੁਤ ਫੰਡ ਭੇਜਿਆ, ਕਾਂਗਰਸ ਨੇ ਯੂਟਿਲਾਈਜ਼ ਨਹੀਂ ਕੀਤਾ। ਉਹ ਕੀ ਕਹਿ ਰਿਹਾ? ਉਹ ਕਹਿੰਦੇ ਰਾਸ਼ਨ ਭੇਜਿਆ, ਤੁਸੀਂ ਦਿੱਤਾ ਨਹੀਂ। ਜੇ ਅੱਜ ਇਨਸਾਨੀਅਤ ਤੌਰ ਤੇ ਗੱਲ ਕਰੀਏ, ਇੱਕ ਮੈਂ ਕਹਿੰਦਾ ਮੇਰੇ ਫੈਮਿਲੀ ਦੇ 4 ਮੈਂਬਰ ਹੈ, 4 ਮੈਂਬਰਾਂ ਨੂੰ ਤੁਸੀਂ 2 ਕਿਲੋ ਚੀਨੀ, 2 ਕਿਲੋ ਤੁਸੀਂ ਕੋਈ ਦਾਲ ਦੇ ਦਿਓ ਜਿਹੜੀ ਤੁਸੀਂ ਖਾਂਦੇ ਵੀ ਨਹੀਂ, 10 ਕਿਲੋ ਤੁਸੀਂ ਉਹਦੇ 'ਚ ਆਟਾ ਦੇ ਦਿਓ, ਇਹ ਕੀ ਉਹ 1 ਮਹੀਨਾ ਚਲਾ ਲੂਗਾ? ਤੇ ਸੂਬੇ ਕੋ ਵੀ ਤਾਂ ਹੈ ਨਾ, ਸੂਬੇ ਨੇ ਦੇਣਾ। ਸੂਬੇ ਨੇ ਆਪਣੇ ਵੱਲੋਂ ਚੀਜ਼ਾਂ ਪਾ ਕੇ ਸਾਰਿਆਂ ਨੂੰ ਦਿੱਤਾ। ਅੱਜ ਜੇ ਅਸੀਂ ਕਦੇ ਲੁਧਿਆਣੇ ਦੀ ਗੱਲ ਕਰੀਏ, ਅੱਜ ਅਸੀਂ ਕਿਸੇ ਲੁਧਿਆਣੇ ਦੀ ਗੱਲ ਦੇਖੀਏ, ਅੱਜ ਅਸੀਂ ਕਿਸੇ ਲੁਧਿਆਣੇ ਦੀ ਗੱਲ ਕਰੀਏ, ਅੱਜ ਅਸੀਂ ਸਿਰਫ ਲੁਧਿਆਣੇ ਦੀ ਗੱਲ ਕਰੀਏ ਤਾਂ ਇੱਥੇ ਮਾਈਗ੍ਰੇਸ਼ਨ ਲੇਬਰ ਜਿਹੜੀ ਸਾਡੀ ਪ੍ਰਵਾਸੀ ਸਾਥੀ ਸੀ, ਹੋਰ ਸੀ, ਸਟਾਰਟਿੰਗ ਦੇ
ਜਿਸਲੇ ਉਹਨਾਂ ਨੂੰ ਜਾ ਕੇ ਵਿਚਾਰਿਆਂ ਨੂੰ ਦਿੰਦੇ ਸੀ ਜਾਂ ਹੋਰ ਦਿੰਦੇ ਸੀ ਨਾ, ਉਹ ਉਸ ਟਾਈਮ ਦੀ ਜਿਹੜੀ ਰੇਸ਼ੋ ਹੈ ਕਿਸੇ ਨੂੰ ਨਹੀਂ ਪਤਾ ਸੀ ਕਿ ਇੱਥੇ ਹਜ਼ਾਰਾਂ ਦੀ ਗੱਲ ਕਰਦੇ ਤੇ ਲੱਖਾਂ 'ਚ ਪਹੁੰਚ ਜਾਣੀ ਹੈ। ਸੂਬੇ ਦੀ ਜਿੰਨੀ ਹੈਸੀਅਤ ਸੀ ਉਹ ਤੋਂ ਵੱਧ ਕੇ ਉਹਨਾਂ ਨੇ ਸਾਰਾ ਇਸ ਕਰਕੇ ਹੋਇਆ ਕਿਉਂਕਿ ਸਰਕਾਰ ਨੇ ਉਹਨਾਂ ਦਾ ਪੱਲਾ ਨਹੀਂ ਫੜਿਆ, ਉਹ ਭੁੱਖਮਰੀ ਹੋ ਗਈ। ਉਹ ਕਹਿੰਦੇ ਕਰੋਨਾ ਤੋਂ ਬਾਅਦ ਮਰਾਂਗੇ, ਭੁੱਖਮਰੀ ਪਹਿਲਾਂ ਹੋ ਗਈ। ਇਹੀ ਗੱਲ ਆ ਗਈ ਨਾ ਕਿ ਅੱਜ ਮੈਂ ਇੱਕ ਗੱਲ ਕਰਨਾ ਵਿੱਚ ਹੀ ਅਸੀਂ ਕਿੰਨੇ ਐਮਐਲਏ ਕਿੰਨੇ ਮੰਤਰੀ ਸੈਂਟਰ ਦੇ ਆ ਜਾਂ ਸਟੇਟ ਦੇ ਆ ਜਿਨ੍ਹਾਂ ਨੇ ਅੱਗੇ ਹੋ ਕੇ ਇਹ ਕਿਹਾ ਕਿ ਸਾਨੂੰ ਲੋਕਾਂ ਨੇ ਚੁਣਿਆ, ਸਾਨੂੰ ਲੱਖ 1.5 ਲੱਖ ਰੁਪਏ ਜਿਹੜਾ ਸਾਡਾ ਵੇਤਨ ਜਾਂ ਭੱਤਾ ਮਿਲਦਾ ਹੈ, ਮੈਂ ਅੱਗੇ ਹੋ ਕੇ ਸਾਲ ਦਾ ਉਹਨਾਂ ਨੂੰ ਤੇ ਲਾਉਂਗਾ, ਆਪਣੇ ਆਪਣੀ ਕਨਸਟੀਚੁਐਂਸੀ ਦੇ ਵਿੱਚ ਜਿਹੜਾ ਜ਼ਰੂਰਤਮੰਦ ਆ ਮੈਂ ਉਹਨੂੰ ਦਊਂਗਾ। ਕਿੰਨਿਆਂ ਨੇ ਕਹਿਤਾ, ਕਿੰਨਿਆਂ ਨੇ ਕਰਵਾ ਲਿਆ। ਅੱਜ ਚਾਹੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਚਾਹੇ ਮੁੱਖ ਮੰਤਰੀ ਹੈ, ਇੱਕ ਚੀਜ਼ ਕਲੀਅਰ ਸਮਝ ਲਓ, ਆਪਣੇ ਆਪਣੇ ਫੰਡਾਂ 'ਚ ਬੜੀਆਂ ਇੰਡਸਟਰੀਆਂ ਬੜੇ ਲੋਕ ਯੋਗਦਾਨ ਦਿੰਦੇ ਆ, ਲੇਕਿਨ ਸਾਡੀ ਜਿਹੜੀ ਮੇਨ ਪੀੜ੍ਹੀ ਸੀ ਜਿਹੜਾ ਅਸੀਂ ਚੁਣ ਕੇ ਭੇਜਦੇ ਆ ਪ੍ਰਤੀਨਿਧੀ, ਉਹ ਤਾਂ ਆਪਣੀ ਜ਼ਿੰਮੇਵਾਰੀ ਤੇ ਅੱਜ ਵੀ ਨਹੀਂ ਖੜੇ। ਅੱਜ ਵੀ ਅੰਨੇ ਮਹੀਨਿਆਂ ਤੋਂ ਬਾਅਦ ਆਪਾਂ ਇਹ ਚੀਜ਼ ਨੂੰ ਵਿਪਕਸ਼ ਸਿਰਫ ਤੇ ਸਿਰਫ ਇੱਕੋ ਹੀ ਰੋਲਾ ਪਾ ਦੇਵੇ ਕਿ ਧਰਨੇ ਵੀ ਦੇ ਲਏ, ਰੈਲੀਆਂ ਵੀ ਦੇ ਲਈਆਂ, ਹਾਏ ਤੋਬਾ ਵੀ ਕਰ ਲਈ ਤੇ ਜੋ ਨਹੀਂ ਸੀ ਪਿੱਟ ਸਿਆਪਾ ਕਰ ਲਿਆ। ਚਲੋ ਫਾਇਦਾ ਹੋਇਆ ਕੋਈ? ਬੀਜੇਪੀ ਨੂੰ ਪੁੱਛਣਾ ਨਾ, ਤੁਹਾਨੂੰ ਧਰਨਿਆਂ ਦਾ ਫਾਇਦਾ ਹੋਇਆ ਕੋਈ? ਤੁਸੀਂ ਫੰਡ ਵੀ ਭੇਜਿਆ, ਰਾਸ਼ਨ ਵੀ ਭੇਜਿਆ, ਬੀਜੇਪੀ ਤਾਂ ਇਲਜ਼ਾਮ ਫੇਰ ਤੁਹਾਡੇ ਤੇ ਹੀ ਆ। ਬੀਜੇਪੀ ਤੇ ਕਾਲੀਆਂ 'ਚ ਤਾਂ ਅੱਜ ਇੱਕ ਪੰਜਾਬ 'ਚ ਹੋੜ ਲੱਗੀ ਹੋਈ ਹੈ। ਉਹ ਪ੍ਰਧਾਨ ਕਹਿੰਦਾ ਮੈਂ 117 ਦੇ ਵਿੱਚ ਧਰਨੇ ਕਰਾਣੇ, ਕਿਉਂਕਿ ਇਹ ਕਹਿੰਦੇ ਸੀ ਆਪਣਾ ਭਵਿੱਖ ਦੇਖ ਲਿਆ ਕਿ ਇਹ ਅਲੱਗ-ਅਲੱਗ ਲੜ ਸਕਦੇ ਜਾਂ ਨਹੀਂ। ਇਹ ਤਾਂ ਰਾਜਨੀਤੀ ਕਰ ਰਹੇ ਨੇ ਕਰੋਨਾ ਤੇ, ਇਹ ਤਾਂ ਆਪਣੀ ਰਾਜਨੀਤੀ ਆਧਾਰ ਤਲਾਸ਼ਣ ਲਈ ਕਲਾਬਾਜ਼ੀਆਂ ਲੈ ਰਹੇ ਆ। ਵਾਕਈ ਤੁਸੀਂ ਬੀਜੇਪੀ ਆਧਾਰ ਤਲਾਸ਼ ਲਈ ਪੰਜਾਬ 'ਚ ਉਹ ਕਹਿ ਰਹੇ ਨੇ, ਬੀਜੇਪੀ ਦੀ ਗਰਾਊਂਡ ਤਲਾਸ਼ ਰਹੀ ਆਪਣੀ। ਦੇਖੋ ਹੈ ਨਹੀਂ ਬੀਜੇਪੀ ਦਾ ਆਧਾਰ ਇੱਥੇ। ਹਾਂ ਮੈਂ ਜਵਾਬ ਦਿੰਦਾ ਜੀ। ਜੀ ਜੀ, ਬੜੇ ਸਤਿਕਾਰਯੋਗ ਮੇਰੇ ਦੋਸਤ ਨੇ ਇਹ ਸਾਰੀ ਡਿਬੇਟ ਨੂੰ ਕਨਵਰਟ ਕਰ ਰਹੇ। ਆਪਣੀ ਕੋਈ ਜਵਾਬਦੇਹੀ ਆਪਾਂ ਤੈਅ ਨਹੀਂ ਕਰ ਰਹੇ। ਪੰਜਾਬ ਸਰਕਾਰ ਕੋਈ NGO ਨਹੀਂ ਹੈ। ਪੰਜਾਬ ਸਰਕਾਰ ਇੱਕ ਸੂਬੇ ਦੀ ਸਰਕਾਰ ਆ। ਉਹ ਕੀ ਕਰ ਰਹੀ ਆ? ਅਸੀਂ ਇਹ ਸਵਾਲ ਪੁੱਛ ਰਹੇ ਹਾਂ ਕਿ ਕਰੋਨਾ ਕਾਲ 'ਚ ਪੰਜਾਬ ਦੀ ਜਨਤਾ ਦੇ ਹਿੱਤ ਲਈ ਤੁਸੀਂ ਕੀ ਕੀਤਾ? ਇਹਨਾਂ ਕੋਲ ਕੋਈ ਜਵਾਬ ਨਹੀਂ। ਓਪੋਜੀਸ਼ਨ ਦੇ ਇਲਜ਼ਾਮ ਕਿ ਓਪੋਜੀਸ਼ਨ ਰਾਜਨੀਤੀ ਕਰ ਰਿਹਾ। ਦੇਖੋ ਓਪੋਜੀਸ਼ਨ ਜਿਹੜਾ ਇੱਕ ਸਤੰਭ ਆ ਡੈਮੋਕ੍ਰੇਸੀ ਤੇ, ਸਾਡਾ ਫਰਜ਼ ਆ ਅਸੀਂ ਆਵਾਜ਼ ਉਠਾਣੀ ਆ। ਅਸੀਂ ਜਨਤਾ ਦੀ ਆਵਾਜ਼ ਤੁਹਾਡੇ ਕੰਨਾਂ ਤੱਕ ਪਹੁੰਚਾ ਰਹੇ ਹਾਂ, ਤੁਹਾਡੇ ਕੰਨਾਂ ਤੋਂ ਜੂੰ ਨਹੀਂ ਰੇਂਗ ਰਹੀ। ਬੜਾ ਵੱਡਾ ਸਵਾਲ ਆ। ਇੱਕ ਕੇਂਦਰ ਸਰਕਾਰ ਨੇ ਯੋਜਨਾ ਸ਼ੁਰੂ ਕੀਤੀ ਸੀ, ਅੰਸ਼ੁਮਨ ਯੋਜਨਾ। ਤੁਸੀਂ ਕਹਿੰਦੇ ਜੀ 3.5 ਲੱਖ ਰੁਪਏ ਨਿਰਧਾਰਿਤ ਕਰਤਾ। ਬੜਾ ਧੰਨਵਾਦ। 3.5 ਲੱਖ ਰੁਪਏ ਦੇ ਨਾਲ ਪੰਜਾਬ ਦੀ ਜਨਤਾ 'ਚ ਕਿੰਨੀ % ਲੋਕ ਨੇ ਜਿਹੜੇ ਇਲਾਜ ਕਰਾ ਸਕਦੇ ਨੇ? ਮਹਿਤਾ ਜੀ ਇਹ ਗੱਲ ਉੱਥੇ ਤੱਕ ਪਹੁੰਚਾਓ ਆਪਣੇ ਮੁੱਖ ਮੰਤਰੀ ਸਾਹਿਬ ਤੱਕ। ਇੱਕ ਅਗਰ ਪਰਿਵਾਰ ਦੇ 4 ਜੀ ਨੇ ਤਾਂ 3.5 ਲੱਖ ਦਾ ਮਤਲਬ 14 ਲੱਖ ਰੁਪਈਆ ਉਹ ਮਕਾਨ ਵੇਚ ਕੇ, ਆਪਣੀ ਜਾਇਦਾਦ ਵੇਚ ਕੇ ਆਪਣੇ ਪਰਿਵਾਰ ਦਾ ਇਲਾਜ ਨਹੀਂ ਕਰਾ ਸਕਦੇ। ਇੱਕ ਕੇਂਦਰ ਸਰਕਾਰ ਨੇ ਯੋਜਨਾ ਸ਼ੁਰੂ ਕੀਤੀ ਸੀ ਅੰਸ਼ੁਮਨ ਯੋਜਨਾ। ਪੰਜਾਬ ਸਰਕਾਰ ਨੂੰ ਉਹਨੂੰ ਲਾਗੂ ਕਰਨ ਦੇ ਲਈ ਐਡੀ ਤਕਲੀਫ ਸੀ। ਅਗਰ ਜੇ ਸ਼ੁਰੂ ਕਰਨ ਦੇ ਮੂਡ 'ਚ ਵੀ ਆਏ ਤਾਂ ਕਦੇ ਉਹਦਾ ਨਾਮ ਬਦਲਤਾ ਮਾਈ ਭਾਗੋ, ਕਦੇ ਫਲਾਣਾ, ਕਦੇ ਟਮਕਾਣਾ। ਕੁਝ ਵੀ ਕਰੋ, ਇੱਕ ਯੋਜਨਾ ਜਨਤਾ ਦੇ ਹਿੱਤ ਦੇ ਲਈ ਸੀ। ਮੈਂ ਇੱਕ ਸਵਾਲ ਪੁੱਛਦਾ, ਤੁਸੀਂ ਸਾਰੀ ਗੂਗਲ ਫਰੋ ਲਓ, ਪੰਜਾਬ ਤੋਂ ਆਪਣਾ ਇੱਕ ਲਗਾ ਕੇ RTI ਤੋਂ ਪਤਾ ਕਰ ਲਓ ਤੇ ਸਾਨੂੰ ਜਵਾਬ ਦੇ ਦਿਓ, ਸਵੇਰੇ ਦੇ ਦਿਓ ਬਈ ਕੀ ਉਹ ਅੰਸ਼ੁਮਨ ਯੋਜਨਾ ਦੇ ਵਿੱਚ ਲੋਕਾਂ ਨੇ ਇੰਨਾ ਆਪਣੇ ਪੰਜਾਬ ਦੇ ਵਿੱਚ ਵੀ ਬੀਮੇ ਕਰਾਏ ਸੀ? ਕੀ ਪੰਜਾਬ ਸਰਕਾਰ ਕਿੰਨੇ ਹਸਪੀਟਲ ਉਸ ਯੋਜਨਾ ਦੇ ਅੰਤਰਗਤ ਇਲਾਜ ਕਰਵਾ ਰਹੀ ਆ? ਉਹਦੀ ਜਵਾਬਦੇਹੀ ਕੇਂਦਰ ਦੀ ਆ, ਉਹਦੀ ਜਵਾਬਦੇਹੀ ਪੰਜਾਬ ਸਰਕਾਰ ਦੀ ਆ। ਮੈਂ ਦੱਸ ਰਿਹਾ, ਸ਼ੁਰੂ 'ਚ ਗੱਲ ਕੀਤੀ, ਤੁਹਾਡੇ ਮੈਡੀਕਲ ਅਫਸਰ ਆਪ ਨਹੀਂ ਸਰਕਾਰ ਦੀਆਂ ਹਦਾਇਤਾਂ ਮੰਨ ਰਹੇ। ਇੱਕ ਸੂਬੇ ਦੇ ਮੁੱਖ ਮੰਤਰੀ ਦੇ ਮੈਡੀਕਲ ਐਡਵਾਈਜ਼ਰ ਵਿਦਆਊਟ ਮਾਸਕ ਉਹ ਮੀਟਿੰਗਾਂ ਕਰ ਰਹੇ ਨੇ, ਆਪ ਕਰੋਨਾ ਪੋਜ਼ਿਟਿਵ ਹੋ ਗਏ। ਤੇ ਤੁਸੀਂ ਦੱਸੋ, ਤੁਸੀਂ ਜਨਤਾ ਤੱਕ ਕੀ ਫੈਸਿਲਿਟੀ ਪਹੁੰਚਾ ਰਹੇ ਹੋ? ਤੁਸੀਂ 3.5 ਲੱਖ ਦੱਸ ਰਹੇ ਹੋ, ਜਿਵੇਂ ਤੁਸੀਂ 3.5 ਲੱਖ ਕਰੋਨਾ ਪੇਸ਼ੈਂਟ ਨੂੰ ਦੇ ਦੇਣਾ, ਉਹ ਨਹੀਂ ਤੁਸੀਂ ਜੇਬ 'ਚੋਂ ਖਰਚ ਕਰਨ ਲਈ ਤੁਸੀਂ ਨਿਰਧਾਰਿਤ ਕੀਤਾ। ਮੈਂ ਕਹਿੰਦਾ ਬੜੀ ਸ਼ੇਮਫੁਲ ਗੱਲ ਹੈ ਪੰਜਾਬ ਸਰਕਾਰ ਦੇ ਲਈ। ਪ੍ਰਾਈਵੇਟ ਹਸਪੀਟਲ ਜਿਹੜੀ ਲੁੱਟ ਮਾਰੇ ਸੀ ਉਹਨੂੰ ਰੋਕਣ ਲਈ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਹਸਪੀਟਲ 3.5 ਲੱਖ ਤੋਂ ਜ਼ਿਆਦਾ ਬਿੱਲ ਨਹੀਂ ਬਣਾਊ। ਸਰਕਾਰੀ ਹਸਪੀਟਲਾਂ 'ਚ ਦਿਸ਼ਾ ਨਿਰਦੇਸ਼ ਦਿੱਤੇ ਫ੍ਰੀ ਹੈ। ਸਰਕਾਰੀ ਹਸਪੀਟਲਾਂ 'ਚ ਫ੍ਰੀ ਦੇ ਰਹੇ ਸੀ। ਤੁਹਾਨੂੰ ਸਵਾਲ ਇਹ ਚੱਕਿਆ ਕਿ ਸਰਕਾਰ ਕੀ ਕਰ ਰਹੀ ਹੈ? ਸਰਕਾਰ ਉਹਨਾਂ ਦੇ ਲਈ ਕੀ ਇੰਤਜ਼ਾਮ ਕਰ ਰਹੀ ਆ? ਤੁਸੀਂ ਦੱਸਿਆ 3.5 ਲੱਖ ਰੁਪਇਆ। ਔਰ ਤੁਹਾਨੂੰ ਤੁਹਾਡੀ ਜਾਣਕਾਰੀ ਵਧਾਉਣ ਲਈ ਦੱਸਾਂ ਕਿ ਇਸ ਵੇਲੇ ਪੰਜਾਬ ਦੇ 4 ਮਹਾਨਗਰਾਂ ਦੀ ਜਿਹੜੀ ਮ੍ਰਿਤੂ ਦਰ ਆ, ਜਿਹੜੀ ਮੌਤ ਐਵਰੇਜ ਆ, ਉਹ
ਦੇਸ਼ ਦੀ ਮੌਤ ਐਵਰੇਜ ਨਾਲੋਂ ਸਭ ਤੋਂ ਉੱਤੇ ਆ। ਇਹ ਆ ਤੁਹਾਡਾ ਮਿਸ਼ਨ ਫੇਲਿਅਰ। ਚਲੋ ਮੈਂ ਪੁੱਛਣਾ ਕੀ ਪੰਜਾਬ ਮਾਡਲ ਜਦੋਂ ਗੱਲ ਹੋ ਰਹੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਹਦਾ ਉਦਾਹਰਨ ਦਿੱਤਾ ਸੀ ਵੀ ਸਾਨੂੰ ਬਾਕੀ ਸੂਬਿਆਂ ਵਿੱਚ ਵੀ ਪੰਜਾਬ ਮਾਡਲ ਅਪਣਾਉਣਾ ਚਾਹੀਦਾ, ਕਿ ਵਾਕਈ ਹੁਣ ਉਹ ਪੰਜਾਬ ਮਾਡਲ ਫੇਲ ਹੁੰਦਾ ਨਜ਼ਰ ਆ ਰਿਹਾ ਤੁਹਾਨੂੰ? ਪੰਜਾਬ ਦੇ ਜਿਹੜੇ ਲੋਕ ਹੈ ਉਹ ਦਿੱਲੀ ਮਾਡਲ ਨੂੰ ਪ੍ਰੇਜ਼ ਕਰ ਰਹੇ ਨਹੀਂ, ਦਿੱਲੀ ਮਾਡਲ ਦਾ ਹੋ ਗਿਆ, ਦਿੱਲੀ ਮਾਡਲ ਵੀ ਕੀ ਇਹਨਾਂ ਨੂੰ ਆਪਣੀ ਸੱਤਾ ਦੀ ਲੱਗੀ ਹੋਈ ਹੈ। ਸੱਤਾ ਦੀ ਗੱਲ ਹੀ ਨਹੀਂ ਹੈਗੀ। ਹਰ ਕੋਈ ਆਪਣੀ ਯਾਰ ਆਪਾਂ ਇੱਥੇ ਕੋਈ ਚੀਜ਼ ਵੇਚ ਨਹੀਂ ਰਹੇ, ਨਹੀਂ ਹੈਲਪ ਕਰਨ ਦੀ ਗੱਲ ਕਰ ਰਹੇ ਹਾਂ। ਨਹੀਂ ਮਦਦ ਕਰਨੀ ਹੈ ਕਰੋਨਾ। ਰਾਜਨੀਤੀ ਦੇਖੋ, ਰਾਜਨੀਤੀ ਚੰਗੀ ਚੀਜ਼ ਹੈ ਔਰ ਇਹਦੇ ਵਿੱਚ ਚੰਗੇ ਲੋਕਾਂ ਦਾ ਆਣਾ ਜ਼ਰੂਰੀ ਆ। ਰਾਜਨੀਤੀ ਅਗਰ ਮਾੜੀ ਹੁੰਦੀ ਨਾ ਤਾਂ ਬਹੁਤ ਸਾਰੇ ਚਰਿੱਤਰ ਦੇ ਧਨੀ ਲੋਕ ਇਸ ਰਾਜਨੀਤੀ ਵਿੱਚੋਂ ਨਿਕਲ ਕੇ ਗਏ ਨੇ। ਤੇ ਰਾਜਨੀਤੀ ਬਹੁਤ ਚੰਗੀ ਚੀਜ਼ ਹੈ, ਇਹ 'ਚ ਚੰਗੇ ਲੋਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਮੈਂ ਦਿੱਲੀ ਮਾਡਲ ਦੀ ਗੱਲ ਤਾਂ ਕਰ ਰਿਹਾ ਸੀਗਾ, ਤੁਸੀਂ ਦੇਖੋ ਮੇਰੇ ਭਾਜਪਾ ਦੇ ਮਿੱਤਰ ਨੇ ਗੱਲ ਕੀਤੀ ਕਿ ਆਯੁਸ਼ਮਾਨ ਦੀ ਯੋਜਨਾ, ਮੈਂ ਉਹਦੀ ਗੱਲ ਕਰਦਾ। ਆਯੁਸ਼ਮਾਨ ਯੋਜਨਾ ਜਿਹੜਾ ਹੈ ਉਹ ਕਹਿੰਦਾ ਹੈ ਕਿ ਅਗਰ ਤੁਹਾਡੇ ਕੋਲ ਮੋਟਰਸਾਈਕਲ ਹੈ, ਅਗਰ ਤੁਹਾਡੇ ਕੋਲ ਫ੍ਰਿਜ ਹੈ ਤਾਂ ਤੁਹਾਨੂੰ ਆਯੁਸ਼ਮਾਨ ਯੋਜਨਾ ਦਾ ਲਾਭ ਨਹੀਂ ਮਿਲ ਸਕਦਾ। ਔਰ ਕੇਂਦਰ ਸਰਕਾਰ ਨੇ ਦਿੱਲੀ ਦੀ ਸਰਕਾਰ ਕੇਜਰੀਵਾਲ ਸਰਕਾਰ ਤੇ ਵੀ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਸਾਡਾ ਮਾਡਲ ਲਾਗੂ ਕਰੋ ਆਯੁਸ਼ਮਾਨ ਯੋਜਨਾ। ਉਦੋਂ ਫਿਰ ਕੇਜਰੀਵਾਲ ਜੀ ਨੇ ਹੱਥ ਜੋੜੇ, ਪੈਰ ਫੜੇ ਔਰ ਕਿਹਾ ਕਿ ਇਹ ਲੋਕਾਂ ਦੇ ਭਲਾਈ ਵਾਸਤੇ ਹੈ, ਮੈਂ ਤਾਂ ਇਲਾਜ ਸਾਰਿਆਂ ਦਾ ਫ੍ਰੀ ਕਰਨਾ। ਜੇ ਆਯੁਸ਼ਮਾਨ ਯੋਜਨਾ ਲਾਗੂ ਕਰ ਦਿੱਤੀ ਤਾਂ ਕਿਸੇ ਨੂੰ ਫਾਇਦਾ ਨਹੀਂ ਮਿਲਣਾ। ਇਸ ਕਰਕੇ ਦਿੱਲੀ ਮਾਡਲ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਲਾਗੂ ਹੋਣਾ ਚਾਹੀਦਾ। ਔਰ ਜਿੱਥੇ ਤੱਕ ਬਜਟ ਔਰ ਪੈਸੇ ਦੀ ਗੱਲ ਹੈਗੀ ਹੈ, ਦਿੱਲੀ ਦਾ ਬਜਟ ਜਦੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਆਈ ਸੀ ਉਦੋਂ ਬਜਟ ਸੀ 30,000 ਕਰੋੜ। ਇਹਨਾਂ ਦੀ ਕੇਂਦਰ ਸਰਕਾਰ ਦੀ ਜਿਹੜੀ ਆਡਿਟ ਹੋਈ ਹੈ CAG, ਉਹਨੇ ਕਿਹਾ ਕਿ ਦਿੱਲੀ ਜਿਹੜੀ ਹੈ ਉਹ ਪਿਛਲੇ 5 ਸਾਲ ਦੇ ਵਿੱਚ ਪ੍ਰੋਫਿਟ ਦੇ ਵਿੱਚ ਹੈ ਔਰ ਸਾਡਾ ਬਜਟ ਸੀ 60,000 ਕਰੋੜ। ਔਰ ਤੁਸੀਂ ਦੇਖੋ ਅਸੀਂ ਉੱਥੇ ਪਾਣੀ ਵੀ ਫ੍ਰੀ ਦੇ ਰਹੇ ਹਾਂ, 200 ਯੂਨਿਟ ਬਿਜਲੀ ਦੇ ਵੀ ਫ੍ਰੀ ਦੇ ਰਹੇ ਹਾਂ, ਇਹਦੇ ਬਾਵਜੂਦ ਵੀ ਸਾਡਾ ਜਿਹੜਾ ਬਜਟ ਹੈ ਉਹ ਡਬਲ ਹੋਇਆ। ਚਲੋ ਆਪਾਂ ਮੁੱਦੇ ਤੇ ਆਨੇ, ਮੁੱਦੇ ਤੇ ਹੋਰ ਕਰਨਾ, ਐਜੂਕੇਸ਼ਨ ਦਾ ਬਜਟ ਵੀ ਅਸੀਂ 3 ਗੁਣਾ ਕੀਤਾ ਹੈਗਾ। ਇਹਨਾਂ ਦੀਆਂ ਨੀਤਾਂ ਖਰਾਬ ਨੇ, ਇਸ ਕਰਕੇ ਨੀਤਾਂ ਨੂੰ ਸਹੀ ਕਰੋ। ਸਭ ਕੁਝ ਪੰਜਾਬ 'ਚ ਹੈਗਾ। ਪੰਜਾਬ ਉਹ ਸੂਬਾ ਵਾ ਜਿਹਨੇ ਪੂਰੇ ਇੰਡੀਆ ਦਾ ਢਿੱਡ ਭਰਿਆ। ਅੱਜ ਪੰਜਾਬ ਦੇ ਭੁੱਖਮਰੀ ਕਿਉਂ ਹੋ ਗਈ? ਕਿਉਂਕਿ ਇਹਨਾਂ ਦੀ ਨੀਤਾਂ ਸਹੀ ਨਹੀਂ ਹੈਗੀਆਂ। ਇਹ ਘਰੋਂ ਬਾਹਰ ਨਹੀਂ ਨਿਕਲਦੇ, ਮਹਿਲਾਂ 'ਚੋਂ ਬਾਹਰ ਨਿਕਲੋ, ਕੰਮ ਕਰੋ। ਮੈਂ ਤਾਂ ਲਾਸਟ ਆਪਾਂ ਮੁੱਦੇ ਤੇ ਹੈਗੇ ਮੇਨ ਕੀ ਇੱਕ ਦਿਨ ਦੇ ਸੈਸ਼ਨ ਦੇ ਵਿੱਚ ਵਾਕਈ ਇਸ ਜਿਹੜੀਆਂ ਗੱਲਾਂ ਅੱਜ ਚਰਚਾ ਹੋਈਆਂ ਕਿ ਮੁੱਖ ਮੰਤਰੀ ਦੇ ਧਿਆਨ 'ਚ ਆਉਣਾ ਚਾਹੀਦੀਆਂ, ਚਰਚਾ ਨਹੀਂ ਹੋਣੀ ਚਾਹੀਦੀ? ਮੁੱਖ ਮੰਤਰੀ ਸਾਹਿਬ ਜੇ ਚਰਚਾ ਹੋਣੀ ਚਾਹੀਦੀ ਫਿਰ ਕਦੋਂ ਹੋਊਗੀ? ਕਿਉਂਕਿ ਦੁਬਾਰਾ ਬਜਟ ਸੈਸ਼ਨ ਮੈਨੂੰ ਲੱਗਦਾ ਵੀ ਬਜਟ ਸੈਸ਼ਨ ਨੇ ਆਣਾ ਫਰਵਰੀ 'ਚ, ਇਸ ਤੋਂ ਪਹਿਲਾਂ ਸੈਸ਼ਨ ਨਹੀਂ ਆਣਾ। ਮੇਰੇ ਸਾਹਿਬ ਤੁਸੀਂ ਬਿਲਕੁਲ ਆਪ ਵੀ ਉਹ ਗੱਲ ਨੂੰ ਸਪਸ਼ਟ, ਮੁੱਖ ਮੰਤਰੀ ਸਾਹਿਬ ਨੇ ਖੁਦ ਹੀ ਖੇਦ ਪ੍ਰਗਟ ਕਰਕੇ ਕਿਹਾ ਸੀ ਕਿ ਸੰਵਿਧਾਨਿਕ ਮਜਬੂਰੀ ਹੈ ਜਿਹੜਾ ਸੈਸ਼ਨ ਬੁਲਾਇਆ ਜਾ ਰਿਹਾ, ਉਸ ਨੂੰ ਮੱਦੇਨਜ਼ਰ ਰੱਖ ਕੇ ਇਹ ਕਰ ਰਹੇ ਹਾਂ। ਔਰ ਅਸੀਂ ਵੀ ਇਹ ਸਮਝਦੇ ਹਾਂ ਕਿ ਸੰਵਿਧਾਨਿਕ ਮਜਬੂਰੀ ਹੈ ਔਰ ਇਸ ਟਾਈਮ ਜਿਹੜਾ ਹਾਲਤ ਚੱਲ ਰਿਹਾ ਪੰਜਾਬ ਨੂੰ ਬਚਾਉਣ ਦੀ ਗੱਲ ਹੈ, ਪੰਜਾਬ ਨੂੰ ਸਮੇਟਣ ਦੀ ਗੱਲ ਹੈ। ਇਹਦੇ ਵਿੱਚ ਜੇ ਅਸੀਂ ਇੱਕ ਰਾਏ ਬਣਾ ਲਾਂਗੇ, ਇੱਕ ਸੋਚ ਬਣਾ ਲਾਂਗੇ, ਅਸੀਂ ਸੱਤਾ ਵਿਪਕਸ਼ ਨੂੰ ਛੱਡ ਕੇ ਸਿਰਫ ਪੰਜਾਬ ਤੇ ਪੰਜਾਬੀਅਤ ਲਈ ਲੜਾਂਗੇ ਕਿ ਪੰਜਾਬ ਦੇ ਲੋਕੀ ਬਚ ਜਾਣ, ਪੰਜਾਬ ਬਚ ਜਾਵੇ, ਤੇ ਰਾਜਨੀਤੀ ਕਰਨ ਨੂੰ ਸਾਨੂੰ ਬੜਾ ਪੀਰੀਅਡ ਪਿਆ। ਇਸ ਲਈ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਵੀ ਗੱਲ ਕੀਤੀ ਹੈ ਬੜੀ ਸੋਚ ਸਮਝ ਕੇ ਕੀਤੀ ਹੈ ਔਰ ਸਾਥੀਆਂ ਨੇ ਜਿੱਥੇ ਲੋਕਡਾਊਨ ਦੀਆਂ ਗੱਲਾਂ ਕੀਤੀਆਂ, ਹੋਰ ਗੱਲਾਂ ਕੀਤੀਆਂ, ਆਪ ਹੀ ਆਪਣੇ ਇਹਨਾਂ ਨੇ ਸਵਾਲਾਂ ਜਵਾਬਾਂ 'ਚ ਦੇਤਾ ਉਹਦਾ ਵੀ ਜਵਾਬ। ਮੈਂ ਸਮਝਦਾ ਕਿ ਜਨਤਾ ਬੜੀ ਸਿਆਣੀ ਹੈ, ਉਹਨੂੰ ਸਮਝਦੀ। ਧੀਮਾਨ ਸਾਹਿਬ, ਕੀ ਤੁਸੀਂ ਇੱਕ ਦਿਨ ਦੇ ਸੈਸ਼ਨ 'ਚ ਸਫੀਸ਼ੀਐਂਟ ਹੋ? ਆਯੁਸ਼ਮਾਨ ਯੋਜਨਾ ਲਾਗੂ ਹੋਈ, ਉਹਦੇ ਵਿੱਚ ਬੜੀ ਕਲੀਅਰ ਇਹ ਗੱਲ ਕਹੀ ਗਈ ਆ ਬਈ ਕਿ ਜਿਹੜੀ ਵੀ ਸਟੇਟ ਗਵਰਨਮੈਂਟ ਆ ਉਹ ਜਿਹੜੀ ਸੂਚੀ ਹਰ ਸਟੇਟ ਗਵਰਨਮੈਂਟ ਨੇ ਆਪਣੇ ਸੂਬੇ ਦੇ ਲੋਕਾਂ ਦੀ ਬਣਾਈ ਹੋਈ ਆ, ਜਿਹੜੇ ਗਰੀਬ ਤਬਕੇ ਦੀ, ਇਹ ਉਹਦੇ ਤੇ ਫਸਟ ਜਿਹੜਾ ਸਟੈਪ ਆ ਉਹਦੇ 'ਚ ਉਹਨਾਂ ਤੇ ਲਾਗੂ ਹੋਊਗੀ। ਅਦਰਵਾਈਜ਼ ਲਾਸਟ 'ਚ ਜਾ ਕੇ ਇਹ 100% ਹਿੰਦੁਸਤਾਨ ਵਾਸੀਆਂ ਦੇ ਉੱਤੇ ਲਾਗੂ ਕਰਨ ਦੀ ਯੋਜਨਾ ਕੇਂਦਰ ਸਰਕਾਰ ਦੀ ਆ। ਉਹਦੇ ਜਿਹਦੇ ਕੋਲ ਮੋਬਾਈਲ ਦਾ ਕੋਈ ਨਹੀਂ, ਜਿਹਦੇ ਕੋਲ ਮੋਬਾਈਲ ਹੈਗਾ ਨਾ ਉਹਨੂੰ ਨਹੀਂ ਮਿਲੇਗਾ। ਮੋਬਾਈਲ ਦਾ ਰਿਕਸ਼ਾ ਵਾਲਾ ਕੋਲ ਕੋਈ ਮੋਬਾਈਲ ਦਾ ਕੋਈ ਨਹੀਂ, ਜ਼ਿਕਰ ਨਹੀਂ ਕੀਤਾ। ਗਲਤ ਇਹ ਦੇ ਰਹੇ ਹੋ ਨਾ, ਉਹਦੇ ਚ ਮੋਬਾਈਲ ਦਾ ਨਾ ਕੋਈ ਮੋਟਰਸਾਈਕਲ ਦਾ ਨਾ ਕਿਸੇ ਹੋਰ ਦਾ। ਜੋ ਸਟੇਟ ਗਵਰਨਮੈਂਟ ਨੇ ਇੱਕ ਸੂਚੀ ਬਣਾਈ ਆ, ਉਹ ਸੂਚੀ ਦੇ ਉੱਤੇ ਆਯੁਸ਼ਮਾਨ ਯੋਜਨਾ ਲਾਗੂ ਹੋਣੀ ਆ। ਉਹ ਤੁਸੀਂ ਸਟੇਟ ਦੀ ਆਪਣੀ ਸੂਚੀ 100% ਬਣਾ ਦਿਓ, ਕਿਉਂਕਿ ਹਰੇਕ ਸਟੇਟ ਗਵਰਨਮੈਂਟ ਦਾ ਉਹਦੇ 'ਚ ਜਿਹੜਾ ਕੰਟਰੀਬਿਊਸ਼ਨ ਆ ਉਹ 25-30% ਰਹਿਣਾ, ਬਾਕੀ ਸੈਂਟਰ ਗਵਰਨਮੈਂਟ ਦਾ ਰਹਿਣਾ। ਉਹ ਸੂਚੀ ਤੁਹਾਡੀ ਦੇ ਉੱਤੇ ਡਿਪੈਂਡ ਆ। ਤੁਸੀਂ ਹਮੇਸ਼ਾ ਬਿਨਾਂ ਜਾਣਕਾਰੀ ਤੋਂ ਕਿਸੇ ਗੱਲ ਨੂੰ ਪੂਰੀ ਸਕੀਮ ਦੇ ਉੱਤੇ ਨਹੀਂ ਗੱਲ ਆਪਣੀ। ਚਲੋ ਆਪਾਂ ਮੁੱਦੇ ਤੇ ਆਈਏ। ਹਾਂਜੀ, ਮੈਂ ਗੱਲ ਜਿਹੜੀ ਦੇਖੋ ਸੈਸ਼ਨ ਦੀ ਗੱਲ ਆ, ਅੱਜ ਪੰਜਾਬ ਦੀ ਜਨਤਾ ਦੀ ਮੰਗ ਆ, ਅੱਜ ਜਨ ਦੀ ਮੰਗ ਆ ਕਿ ਪੰਜਾਬ ਦੀ ਜਿਹੜੀ ਜਨਤਾ ਦੀ ਆਵਾਜ਼, ਅੱਜ ਤੁਸੀਂ ਇੱਕ ਡਿਬੇਟ ਦੇ ਰਾਹੀਂ ਇਸ ਗੱਲ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ। ਮੇਰੇ ਸਤਿਕਾਰਯੋਗ ਮਿੱਤਰ ਨੂੰ ਇਹ ਰਾਜਨੀਤੀ ਨਜ਼ਰ ਆ ਰਹੀ ਆ ਕਿ ਜੇ ਪੰਜਾਬ ਦੀ ਜਨਤਾ ਪਰੇਸ਼ਾਨ ਆ,
ਜੇ ਸ਼ਰਾਬ ਪੀ ਕੇ ਮਾਵਾਂ ਦੇ ਪੁੱਤ ਮਰ ਰਹੇ ਨੇ, ਜੇ ਪੰਜਾਬ 'ਚ ਕੋਈ ਭੁੱਖਾ ਮਰ ਰਿਹਾ, ਲੋਕ ਪੰਜਾਬ ਸਰਕਾਰ ਦੇ ਮੰਤਰੀ ਜਾਂ ਉਹਨਾਂ ਦਾ ਮਾਫੀਆ ਗਰੁੱਪ ਰਲ ਕੇ ਪੰਜਾਬ 'ਚ ਰੁਪਈਆ ਇਕੱਠਾ ਕਰਨ ਨੂੰ ਲੱਗੇ ਹੋਏ ਆ, ਤੇ ਜਨਤਾ ਦੀ ਆਵਾਜ਼ ਚੱਕਣੀ ਓਪੋਜੀਸ਼ਨ ਦਾ ਕੰਮ ਆ, ਔਰ ਉਹਨੂੰ ਰੋਕਣ ਦੇ ਲਈ, ਉਹਦੀ ਜਵਾਬਦੇਹੀ ਨਾ ਦੇਣ ਦੇ ਲਈ ਪੰਜਾਬ ਸਰਕਾਰ ਇਹ ਥੋਪ ਰਹੀ ਆ। ਅਸੀਂ ਇਹਨੂੰ ਬਿਲਕੁਲ ਨੈਗਲੈਕਟ ਕਰਦੇ ਹਾਂ। ਬਿਲਕੁਲ ਨੈਗਲੈਕਟ ਕਰਦੇ ਹੋ, ਪਰ ਲੇਕਿਨ ਪੰਜਾਬ ਸਰਕਾਰ ਦੀ ਵੀ ਇਹ ਮਜਬੂਰੀ ਆ ਕਰੋਨਾ ਕਾਲ ਨੂੰ ਦੇਖਦੇ ਹੋਏ ਵੀ ਇੱਕ ਦਿਨ ਦਾ ਇਹੀ ਸੈਸ਼ਨ ਰੱਖਣਾ ਹੈ। ਹੁਣ ਦੇਖਣਾ ਹੋਊਗਾ ਵੀ ਵਿਰੋਧੀ ਧਿਰ, ਚਾਹੇ ਉਹ ਆਮ ਆਦਮੀ ਪਾਰਟੀ ਆ, ਚਾਹੇ ਅਕਾਲੀ ਦਲ ਆ, ਚਾਹੇ ਬੀਜੇਪੀ ਆ, ਚਾਹੇ ਹੋਰ ਲੋਕ ਇਨਸਾਫ ਪਾਰਟੀ ਆ, ਆਉਣ ਵਾਲੇ 28 ਤਰੀਕ ਨੂੰ ਕੀ ਰੁਖ ਅਪਣਾਉਂਦੀ ਆ, ਕਿਉਂਕਿ ਮੁੱਦੇ ਤਾਂ ਬਹੁਤ ਨੇ। ਮੈਨੂੰ ਲੱਗਦਾ ਵੀ ਜਿਹੜੀ ਹੁਣ ਸਰਕਾਰ ਇਸ ਵੇਲੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ, ਉਹ ਇੱਕ ਦਿਨ ਦੇ ਸੈਸ਼ਨ ਦੇ ਵਿੱਚ ਕੀ ਜਵਾਬ ਦਊਗੀ, ਕਿ ਲੋਕਾਂ ਦੀ ਸਮੱਸਿਆ ਹੱਲ ਕਰੂਗੀ ਜਾਂ ਕੋਈ ਹੋਰ ਫਿਰ ਦਿਸ਼ਾ ਨਿਰਦੇਸ਼ ਦਊਗੀ, ਕਿ ਜਿਸ ਤਰੀਕੇ ਨਾਲ ਪਹਿਲਾਂ ਦਿਸ਼ਾ ਨਿਰਦੇਸ਼ ਦਿੱਤੇ ਨੇ ਹਲੇ ਲੋਕ ਤਾਂ ਉਸ ਤੋਂ ਪੂਰੀ ਤਰ੍ਹਾਂ ਉਭਰੇ ਨਹੀਂ। ਆਉਣ ਵਾਲੇ ਸਮੇਂ 'ਚ ਇਹ ਅਸੀਂ ਉਮੀਦ ਕਰਦੇ ਹਾਂ ਵੀ ਸਰਕਾਰ ਜਿਹੜੀ ਹੈ ਇੱਕ ਦਿਨ ਦੇ ਸੈਸ਼ਨ 'ਚ ਕੋਈ ਨਵਾਂ ਹੱਲ ਕੱਢੇਗੀ ਔਰ ਲੋਕਾਂ ਨੂੰ ਰਾਹਤ ਮਿਲੇਗੀ। ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋ ਗਿਆ, ਪੈਨਲ 'ਚ ਆਏ ਹੋਏ ਸਾਰੇ ਬੁੱਧੀਜੀਵਾਂ ਦਾ ਮੈਂ ਆਪਣੇ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਔਰ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ।